ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਿੰਤਾ ਚਿਤ ਗਲਤਾਨ ਹੋਇ, ਚੰਦੂ ਦੁਸ਼ਟ ਬਲੰਦ। ਚਾਹਤ ਗੁਰ ਅਪਕਾਰ ਕੋ, ਨਿਸਬਾਸੁਰ ਮਤ ਮੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਧੰਨਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਔਰ ਸਕਾਰਥਾ ਕਰਦੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ। ਸੁਲਭੀ ਖਾਂ ਚੰਦੂ ਨਾਲ ਮਿੱਤਰਾਨਾ ਕਰਕੇ ਕਿਸੇ ਤਰੀਕੇ ਬਾਦਸ਼ਾਹ ਜਹਾਂਗੀਰ ਕੋਲੋਂ ਆਗਿਆ ਲੈ ਕੇ ਗੁਰੂ ਪਾਤਸ਼ਾਹ ਨਾਲ ਵੈਰ ਚਿਤਵ ਕੇ ਇਹ ਚੜ੍ਹ ਕੇ ਚੱਲਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਪਹੁੰਚਿਆ ਹੀ ਸੀ। ਰਸਤੇ ਵਿੱਚ ਕੁਝ ਸੈਯਦਾਂ ਦੇ ਨਾਲੇ ਦਾ ਮੇਲ ਹੋਇਆ। ਇਹ ਉਹ ਸੈਯਦ ਸੀ ਜਿਹੜੇ ਇਹਦੇ ਚਾਚੇ ਸੁਲੀ ਖਾਂ ਕੋਲ ਨੌਕਰੀ ਕਰਦੇ ਸੀ ਔਰ ਇਹਨਾਂ ਦੀ 1 ਸਾਲ ਦੀ ਤਨਖਾਹ ਸੁਲੀ ਖਾਂ ਨੇ ਨਹੀਂ ਸੀ ਦਿੱਤੀ। ਸੈਯਦ ਆ ਕੇ ਕਹਿਣ ਲੱਗਾ, ਸੁਲਭੀ ਖਾਂ, ਇਹਨਾਂ ਦੀ ਤਨਖਾਹ ਹੁਣ ਤੇਰਾ ਫਰਜ਼ ਬਣਦਾ ਦੇਣਾ, ਕਿਉਂਕਿ ਉਹ ਤੇਰਾ ਚਾਚਾ ਸੀ, ਤੂੰ ਉਹਦਾ ਭਤੀਜਾ ਹੈ ਤੇ ਭਤੀਜਾ ਪੁੱਤਰ ਬਰਾਬਰ ਹੁੰਦਾ ਹੈ, ਚਾਚਾ ਪਿਓ ਬਰਾਬਰ ਹੁੰਦਾ ਹੈ, ਪਿਓ ਦਾ ਕਰਜ਼ਾ ਲਾਉਣਾ ਪੁੱਤਰ ਦਾ ਹੱਕ ਹੁੰਦਾ ਹੈ। ਪਰ ਸੁਲਭੀ ਖਾਂ ਨੇ ਅੱਗੋਂ ਕਾਨਾ ਨਾਕੀ ਕੀਤੀ, ਮੈਂ ਨਹੀਂ ਜਾਣਦਾ ਤੁਹਾਨੂੰ। ਵਾਧਾ ਵੱਧਦਾ ਬਹਿਸਬਾਜ਼ੀ ਨਾਲ ਤਕਰਾਰਬਾਜ਼ੀ ਨਾਲ ਇੱਥੋਂ ਤੱਕ ਵੱਧ ਗਿਆ ਕਿ ਸੁਲਭੀ ਖਾਂ ਨੇ ਉਸ ਸੈਯਦ ਨੂੰ ਗਾਲ ਕੱਢ ਦਿੱਤੀ, ਜਿੱਥੋਂ ਗੁੱਸੇ ਵਿੱਚ ਆ ਕੇ ਉਸ ਸੈਯਦ ਨੇ ਇੱਕ ਕਟਾਰ ਮਾਰ ਕੇ ਸੁਲਭੀ ਖਾਂ ਦਾ ਪੇਟ ਪਾੜ ਦਿੱਤਾ ਔਰ ਇਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਾਪੀ ਗੁਰੂ ਸਾਹਿਬ ਦੇ ਨਾਲ ਵੈਰ ਚਿਤਵਣ ਵਾਸਤੇ ਬਿਨਾਂ ਕਾਰਨ ਤੋਂ ਚੜ੍ਹ ਕੇ ਜਾ ਰਿਹਾ ਸੀ, ਰਸਤੇ 'ਚ ਹੀ ਮਰ ਗਿਆ, ਗੁਰੂ ਸਾਹਿਬ ਤੱਕ ਨਹੀਂ ਪਹੁੰਚ ਸਕਿਆ। ਉਧਰ ਚੰਦੂ ਨੂੰ ਇਸ ਗੱਲ ਦਾ ਪਤਾ ਲੱਗਾ, ਮਨ 'ਚ ਉਹਨੇ ਦੁੱਖ ਵੀ ਮਨਾਇਆ ਕਿ ਸੁਲਭੀ ਖਾਂ ਚੰਗਾ ਗੁਰੂ ਜੀ ਨੂੰ ਮਾਰਨ ਗਿਆ ਸੀ, ਰਸਤੇ ਵਿੱਚ ਆਪ ਹੀ ਮਰ ਮੁੱਕ ਗਿਆ। ਬਾਦਸ਼ਾਹ ਨਾਲ ਗੱਲਬਾਤ ਹੋਈ, ਬਾਦਸ਼ਾਹ ਨੂੰ ਦੱਸਿਆ ਤਾਂ ਕੁਝ ਸਮੇਂ ਵਾਸਤੇ ਮਾਹੌਲ ਸ਼ਾਂਤ ਹੋਇਆ। ਪਰ ਚੰਦੂ ਬੜਾ ਖੋਟਾ ਹੈ, ਇਹਦੇ ਮਨ 'ਚ ਹਰ ਵੇਲੇ ਗੁਰੂ ਸਾਹਿਬ ਪ੍ਰਤੀ ਖੋਟ ਚੱਲਦੀ ਹੈ। ਵੇਖਿਆ ਕਿ ਮੇਰਾ ਇੱਕ ਉਪਾਅ ਨਿਸ਼ਫਲ ਚਲਾ ਗਿਆ ਤੇ ਹੁਣ ਮੈਨੂੰ ਦੂਜਾ ਉਪਾਅ ਚਿਤਵਣਾ ਚਾਹੀਦਾ। ਚੰਦੂ ਜਿਵੇਂ ਵਿਉਂਤ ਬੰਦੀਆਂ ਬਣਾ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ
ਸਰਵਣ ਕਰੀਏ। ਗੁਰੂ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦੇ ਹੋਇਆਂ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚਿੰਤਾ ਚਿਤ ਗਲਤਾਨ ਹੋਏ, ਚੰਦੂ ਦੁਸ਼ਟ ਬਲੰਦ। ਚੰਦੂ ਜੋ ਬੜਾ ਵੱਡਾ ਦੁਸ਼ਟ ਹੈ, ਇਹਦੇ ਮਨ ਵਿੱਚ ਬੜੀ ਭਾਰੀ ਚਿੰਤਾ ਚੱਲ ਰਹੀ। ਚਿੰਤਾ ਵਿੱਚ ਚੰਦੂ ਗਲਤ ਹੋ ਰਿਹਾ ਹੈ ਕਿ ਮੇਰਾ ਕਿਤੇ ਹੱਥ ਨਹੀਂ ਪੈ ਰਿਹਾ। ਪਹਿਲਾਂ ਸੁਲੀ ਖਾਂ ਗਿਆ ਤਾਂ ਗੱਲ ਨਹੀਂ ਬਣੀ, ਹੁਣ ਸੁਲਭੀ ਖਾਂ ਗਿਆ, ਉਹ ਵੀ ਰਸਤੇ 'ਚ ਮਰ ਗਿਆ, ਗੁਰੂ ਸਾਹਿਬ ਤੱਕ ਨਹੀਂ ਪਹੁੰਚ ਸਕਿਆ। ਹੁਣ ਮੈਂ ਕੀ ਕਰਾਂ? ਇਸ ਤਰ੍ਹਾਂ ਦੀਆਂ ਸੋਚਾਂ ਸੋਚ ਰਿਹਾ ਚੰਦੂ। ਇਸ ਪਾਪੀ ਦੇ ਮਨ ਵਿੱਚ ਬੜੀ ਭਾਰੀ ਚਿੰਤਾ ਚੱਲ ਰਹੀ ਹੈ। ਚਾਹਤ ਗੁਰ ਅਪਕਾਰ ਕੋ, ਨਿਸਬਾਸੁਰ ਮਤ ਮੰਦ। ਇਹ ਮਾੜੀ ਮੱਤ ਵਾਲਾ ਚੰਦੂ ਰਾਤ ਦਿਨ ਸਤਿਗੁਰਾਂ ਦਾ ਅਪਕਾਰ ਚਾਹੁੰਦਾ ਹੈ। ਅਪਕਾਰ ਦਾ ਮਤਲਬ ਹੈ ਕਿ ਸਤਿਗੁਰਾਂ ਦੀ ਹਾਨੀ ਕਰਨਾ ਚਾਹੁੰਦਾ, ਮਹਾਰਾਜ ਜੀ ਦਾ ਨੁਕਸਾਨ ਕਰਨਾ ਚਾਹੁੰਦਾ, ਕਿਸੇ ਤਰੀਕੇ ਸਤਿਗੁਰਾਂ ਦਾ ਨਰਾਦਰ ਕਰਨਾ ਚਾਹੁੰਦਾ। ਰਾਤ ਦਿਨ ਇਹੀ ਸੋਚ ਇਹਦੇ ਦਿਲ ਵਿੱਚ ਚੱਲਦੀ ਹੈ ਕਿ ਮੈਂ ਕਿਵੇਂ ਗੁਰੂ ਅਰਜਨ ਦੇਵ ਸਾਹਿਬ ਨੂੰ ਹਾਨੀ ਪਹੁੰਚਾਵਾਂ। ਨਿਸ਼ਾਨੇ ਛੰਦ ਯਤਨ ਕਪਟ ਕੇ ਚਿਤੈ ਚਿਤ। ਆਪਣੇ ਹਿਰਦੇ ਵਿੱਚ ਬੜੇ ਡਾਢੇ ਕਪਟ ਦੇ ਜਿਹੜੇ ਯਤਨ ਨੇ ਉਹਨਾਂ ਨੂੰ ਚਿਤਵਦਾ ਹੈ, ਬੜ ਘਾਤ ਬਣਾਵੈ। ਔਰ ਹਰ ਵੇਲੇ ਕੋਈ ਨਾ ਕੋਈ ਘਾਤ ਬਣਾਉਂਦਾ, ਹਰ ਵੇਲੇ ਕਿਸੇ ਨਾ ਕਿਸੇ ਪ੍ਰਕਾਰ ਦਾ ਕੋਈ ਨਾ ਕੋਈ ਉਪਾਅ ਚਿਤਵਦਾ ਹੈ। ਪੂਰਬ ਕਰੇ ਉਪਾਏ ਜੇ। ਜਿਹੜੇ ਪਹਿਲਾਂ ਇਹਨੇ ਉਪਾਅ ਕੀਤੇ ਹਨ, ਪਹਿਲਾਂ ਹੁਣ ਤੱਕ ਜਿੰਨੇ ਹਿੱਲੇ ਵਸੀਲੇ ਚੰਦੂ ਨੇ ਅਪਣਾਏ ਹਨ, ਕੋ ਪੇਸ਼ ਨ ਜਾਵੇ। ਉਹਨਾਂ ਉਪਾਵਾਂ ਨੂੰ ਕਰਕੇ ਦੀ ਕੋਈ ਪੇਸ਼ ਨਹੀਂ ਗਈ। ਹੁਣ ਤੱਕ ਜਿੰਨੇ ਹਿੱਲੇ ਵਸੀਲੇ ਇਹਨੇ ਕੀਤੇ ਨੇ, ਇਹਦੀ ਪੇਸ਼ ਨਹੀਂ ਗਈ। ਸਾਹ ਲਖਨ ਹੈ ਮਹਨੋ, ਕਰ ਕੈ ਚਤੁਰਾਏ। ਚਤੁਰਾਈ ਕਰਕੇ, ਬੜੀ ਡਾਢੀ ਚਤੁਰਾਈ ਕਰਕੇ ਇਹ ਚਾਹੁੰਦਾ ਹੈ ਕਿ ਮੈਂ ਗੁਰੂ ਅਰਜਨ ਦੇਵ ਸਾਹਿਬ ਨੂੰ ਬਾਹਰੋਂ ਬਾਹਰ ਮਾਰ ਮੁਕਾਵਾਂ ਤੇ ਬਾਦਸ਼ਾਹ ਨੂੰ ਵੀ ਇਸ ਗੱਲ ਦਾ ਪਤਾ ਨਾ ਲੱਗੇ। ਇਹੋ ਜੀ ਚਤੁਰਾਈ ਰਚਦਾ ਹੈ ਕਿ ਮੈਂ ਬਾਹਰੋਂ ਬਾਹਰ ਗੁਰੂ ਜੀ ਨੂੰ ਮਾਰ ਮੁਕਾਵਾਂ ਤੇ ਬਾਦਸ਼ਾਹ ਤੱਕ ਵੀ ਇਹ ਗੱਲ ਨਾ ਪਹੁੰਚੇ। ਕਿਮ ਬੈਠਿਓ ਘਰ ਮਹਿ ਮਰਹਿ, ਨਿਤ ਆਨੰਦ ਵਧਾਏ। ਸੋਚਦਾ ਹੈ ਕਿ ਮੈਂ ਕਿਵੇਂ ਉਹਨਾਂ ਨੂੰ ਘਰ ਵਿੱਚ ਬੈਠਿਆਂ ਮਾਰ ਮੁਕਾਵਾਂ। ਉਹ ਤਾਂ ਸਗੋਂ ਆਪਣੇ ਘਰ ਦੇ ਵਿੱਚ ਬੈਠੇ ਨਿਤ ਆਨੰਦ ਵਧਾ ਰਹੇ ਨੇ। ਮੈਂ ਇੱਧਰ ਕ੍ਰਿਜ ਰਿਹਾ ਚਿੰਤਾ ਵਿੱਚ, ਪਰ ਉਧਰ ਗੁਰੂ ਜੀ ਦੇ ਘਰ ਵਿੱਚ ਸਦਾ ਆਨੰਦ ਵਰਤ ਰਿਹਾ ਹੈ। ਅਬ ਹੈ ਸਾਹ ਕੋ ਦੇਖ ਰੁਖ, ਹਰਖ ਹੈ ਜਿਸ ਕਾਲਾ। ਸੋਚਦਾ ਹੈ ਕਿ ਹੁਣ ਮੈਂ ਬਾਦਸ਼ਾਹ ਨਾਲ ਹੀ ਕੋਈ ਗੱਲ ਬਾਤ ਕਰਾਂ। ਬਾਦਸ਼ਾਹ ਦਾ ਜਿਸ ਦਿਨ ਚੰਗਾ ਮੂਡ ਹੋਵੇ, ਉਹਦਾ ਚੰਗਾ ਰੁਖ ਹੋਵੇ ਤੇ ਬਾਦਸ਼ਾਹ ਦੇ ਨਾਲ ਗੱਲਬਾਤ ਕਰਾਂ। ਮੋਹੇ ਸਾਥ ਬਾਤੈਂ ਕਰੈ, ਤਬ ਕਹੋ ਰਸਾਲਾ। ਜਦੋਂ ਬਾਦਸ਼ਾਹ ਮੇਰੇ ਨਾਲ ਗੱਲਬਾਤ ਕਰੇਗਾ, ਪਿਆਰ ਦੇ ਨਾਲ ਮੇਰੇ ਨਾਲ ਗੱਲਾਂ ਬਾਤਾਂ ਛੇੜੇਗਾ, ਤੇ ਮੈਂ ਵੀ ਪਿਆਰ ਦੇ ਨਾਲ ਇਹ ਵੀ ਗੱਲ ਛੇੜ ਲਵਾਂਗਾ। ਤਸ ਕਰ ਰਾਖਣ ਦੋਸ ਕੋ, ਮੈਂ ਪੁਨਹ ਜਨਾਵੋ। ਮੈਂ ਦੁਬਾਰਾ ਬਾਦਸ਼ਾਹ ਕੋਲੇ ਗੱਲ ਜਣਾਵਾਂਗਾ ਕਿ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਕੋਲ ਚੋਰਾਂ ਨੂੰ ਰੱਖਿਆ ਹੋਇਆ, ਉਹਨਾਂ ਨੇ ਆਪਣੇ ਕੋਲ ਚੋਰਾਂ ਨੂੰ ਪਨਾਹ ਦਿੱਤੀ ਹੋਈ ਹੈ। ਇਹ ਗੱਲ ਮੈਂ ਫੇਰ ਬਾਦਸ਼ਾਹ ਨੂੰ ਜਣਾ ਕੇ ਉਹਨੂੰ ਚੇਤੇ ਕਰਾਵਾਂਗਾ। ਅਪਰ ਘਾਤ ਨਹਿ ਦੰਡ ਤਬ, ਕਹਿ ਕਹਿ ਲਗਵਾਵੋ। ਹੁਣ ਹੋਰ ਕੋਈ ਘਾਤ ਨਜ਼ਰ ਨਹੀਂ ਆਉਂਦਾ। ਹੁਣ ਇਹੀ ਇੱਕ ਘਾਤ ਹੈ ਜਿਹਦੇ ਦੁਆਰਾ ਮੈਂ ਗੁਰੂ ਅਰਜਨ ਦੇਵ ਸਾਹਿਬ ਨੂੰ ਬਾਦਸ਼ਾਹ ਕੋਲੋਂ ਦੰਡ ਦਵਾ ਸਕਦਾ।
ਉਹਨਾਂ ਨੂੰ ਕਿਸੇ ਪ੍ਰਕਾਰ ਨਾਲ ਸਜ਼ਾ ਦਿਵਾ ਸਕਦਾ ਹਾਂ। ਅਵਸਰ ਕੋ ਹੇਰਤ ਰਹਿਤ ਦਿਨ ਕਿਤਕ ਬਿਤਾਏ। ਚੰਦੂ ਜਾਂਦਾ ਬਾਦਸ਼ਾਹ ਕੋਲ, ਰੋਜ਼ ਜਾਂਦਾ ਉਹਦੀ ਕਚਹਿਰੀ 'ਚ। ਲਾਹੌਰ 'ਚ ਹੀ ਕਚਹਿਰੀ ਲੱਗਦੀ ਹੈ ਬਾਦਸ਼ਾਹ ਦੀ, ਪਰ ਇਹਨੂੰ ਮੌਕਾ ਨਹੀਂ ਮਿਲ ਰਿਹਾ ਕਿ ਬਾਦਸ਼ਾਹ ਨਾਲ ਇਹ ਗੱਲ ਕਰੇ। ਏਦਾਂ ਕਈ ਦਿਨ ਬੀਤ ਗਏ। ਨਾਰ ਪ੍ਰਿਥੀਏ ਕੋ ਟਿਗ ਆਇਓ ਦੇ ਪੱਤਰ ਪਠਾਏ। ਇੰਨੇ ਨੂੰ ਬਾਬੇ ਪ੍ਰਿਥੀ ਚੰਦ ਦਾ ਇੱਕ ਨੌਕਰ ਪ੍ਰਿਥੀ ਚੰਦ ਦੀ ਚਿੱਠੀ ਲੈ ਕੇ ਚੰਦੂ ਕੋਲ ਪਹੁੰਚ ਗਿਆ ਲਾਹੌਰ, ਕਿਉਂਕਿ ਪ੍ਰਿਥੀਏ ਨੇ ਉਧਰੋਂ ਚਿੱਠੀ ਭੇਜੀ ਸੀ ਚੰਦੂ ਦੇ ਨਿਮਿਤ ਵੀ ਤੂੰ ਕੁਝ ਕਰ ਵੀ ਰਿਹਾ ਕਿ ਨਹੀਂ। ਤੋ ਪ੍ਰਿਥੀਏ ਦੀ ਚਿੱਠੀ ਲੈ ਕੇ ਇੱਕ ਪ੍ਰਿਥੀਏ ਦਾ ਨੌਕਰ ਜਿਹੜਾ ਦੂਤ ਸੀ ਉਹ ਚੰਦੂ ਕੋਲ ਪਹੁੰਚ ਆਇਆ। ਖੋਲ ਪਠੇ ਇਮ ਲਿਖਿਓ ਵਿੱਚ ਤੂੰ ਸੁਮਤ ਬਡੇਰੋ। ਚੰਦੂ ਨੇ ਉਹ ਚਿੱਠੀ ਖੋਲੀ ਤੇ ਖੋਲ ਕੇ ਪੜ੍ਹੀ। ਉਹਦੇ 'ਚ ਲਿਖਿਆ ਸੀ ਪ੍ਰਿਥੀ ਚੰਦ ਨੇ ਕਿ ਹੇ ਚੰਦੂ, ਤੂੰ ਬੜਾ ਸਿਆਣਾ ਹੈ, ਤੂੰ ਬੜਾ ਸੁਮਤਵਾਨ ਸੂਝਵਾਨ ਬੰਦਾ ਹੈ। ਕਾਰਜ ਸਭ ਪੂਰਨ ਕਰ ਹੈ ਪ੍ਰਵਾਸਾ ਤੇਰੋ। ਮੈਨੂੰ ਤੇਰਾ ਪ੍ਰਵਾਸਾ ਹੈ ਕਿ ਤੂੰ ਮੇਰਾ ਸਾਰਾ ਕਾਰਜ ਬੜੀ ਛੇਤੀ ਨਾਲ ਕਰੇਗਾ। ਮੇਰਾ ਜਿਹੜਾ ਕੰਮ ਅਟਕਿਆ ਹੋਇਆ ਉਹ ਤੂੰ ਬੜੀ ਛੇਤੀ ਨਾਲ ਪੂਰਾ ਕਰੇਗਾ। ਹਾਜ਼ਰਤ ਕੋ ਉਪਦੇਸ਼ ਕੈ ਲਾਭਪੁਰ ਮਹਿ ਲਿਆਏ। ਇਹ ਦੀਵਾਨ ਚੰਦੂ, ਤੇਰੀ ਸਿਆਣਪ ਦਾ ਮੈਨੂੰ ਇੱਥੋਂ ਹੀ ਪਤਾ ਲੱਗ ਗਿਆ ਹੈ ਕਿ ਤੂੰ ਬਾਦਸ਼ਾਹ ਨੂੰ ਪ੍ਰੇਰਨਾ ਕਰਕੇ ਦਿੱਲੀ ਤੋਂ ਲਾਹੌਰ ਲੈ ਹੀ ਆਇਆ। ਬਾਦਸ਼ਾਹ ਨੂੰ ਲਾਹੌਰ ਲਿਆਉਣ ਪਿੱਛੇ ਤੇਰਾ ਹੱਥ ਹੈ। ਤੂੰ ਕਿਸੇ ਨਾ ਕਿਸੇ ਢੰਗ ਨਾਲ ਤਰੀਕੇ ਨਾਲ ਪ੍ਰੇਰਨਾ ਕਰਕੇ ਬਾਦਸ਼ਾਹ ਨੂੰ ਲਾਹੌਰ ਲੈ ਹੀ ਆਇਆ ਹੈ। ਇਹ ਕਾਰਜ ਤੁਝ ਤੇ ਸਰ ਹੈ ਨਹਿ ਅਪਰ ਬਨਾਏ। ਔਰ ਬਾਕੀ ਦਾ ਜਿਹੜਾ ਮੇਰਾ ਕੰਮ ਹੈ ਗੁਰੂ ਅਰਜਨ ਦੇਵ ਸਾਹਿਬ ਨੂੰ ਸਾਧਣਾ, ਗੁਰਤਾ ਗੱਦੀ ਮੈਨੂੰ ਪ੍ਰਾਪਤ ਕਰਾਉਣੀ, ਇਹ ਕੰਮ ਵੀ ਮੇਰਾ ਦੀਵਾਨ ਚੰਦੂ ਤੂੰ ਕਰ ਸਕਦਾ ਹੈ। ਤੇਰੇ ਤੋਂ ਬਿਨਾ ਮੇਰਾ ਇਹ ਕੰਮ ਕਿਸੇ ਨੇ ਨਹੀਂ ਕਰਨਾ। ਮੇਰਾ ਆਹ ਕੰਮ ਵੀ ਇੱਕ ਤੂੰ ਹੀ ਨਿਬੇੜ ਸਕਦਾ ਹੈ, ਤੂੰ ਹੀ ਕਰ ਸਕਦਾ ਹੈ। ਰਿਪ ਹੱਥ ਪੇ ਕੋ ਸਮੈ ਅਬ ਹੈ ਨਿਕਟ ਤੁਮਾਰੇ। ਹੁਣ ਦੁਸ਼ਮਣ ਤੇਰੇ ਤੋਂ ਕੋਈ ਬਹੁਤਾ ਦੂਰ ਨਹੀਂ ਬੈਠਾ, ਲਾਹੌਰ ਤੋਂ ਅੰਮ੍ਰਿਤਸਰ ਕੋਈ ਬਹੁਤਾ ਦੂਰ ਨਹੀਂ ਹੈ। ਹੁਣ ਤਾਂ ਆਪਣੇ ਦੁਸ਼ਮਣ ਨੂੰ ਮਾਰਨ ਦਾ ਬੜਾ ਵਧੀਆ ਸਮਾਂ, ਕਿਉਂਕਿ ਹੁਣ ਤੇਰਾ ਦੁਸ਼ਮਣ ਤੇਰੇ ਬਿਲਕੁਲ ਨੇੜੇ ਹੈ। ਜੇ ਪੁਕਾਰ ਕੋ ਮਿਸ ਬਨ ਹੈ ਮੁਝਲੇ ਹੋ ਹਕਾਰੇ। ਤੇ ਜੇ ਮੈਨੂੰ ਬੁਲਾਉਣ ਦਾ ਕੋਈ ਬਹਾਨਾ ਬਣਦਾ ਹੈ, ਜੇ ਤੇਰੇ ਇਸ ਕੰਮ ਦੇ ਵਿੱਚ ਮੈਂ ਕੁਝ ਮਦਦ ਕਰ ਸਕਾਂ ਆ ਕੇ, ਤਾਂ ਤੂੰ ਮੈਨੂੰ ਵੀ ਬੁਲਾ ਸਕਦਾ ਚੰਦੂ। ਮੈਂ ਬਿਨਾਂ ਦੇਰੀ ਤੋਂ ਚੱਲ ਕੇ ਤੇਰੇ ਕੋਲ ਆਵਾਂਗਾ। ਦੋਸ਼ ਸੰਦੋਹ ਆਰੋਪ ਕਰ ਕਹਿ ਸਾਹੋ ਗਹੀ ਜੈ। ਬਾਦਸ਼ਾਹ ਕੋਲ ਮੈਨੂੰ ਮੁਲਾਕਾਤ ਮੇਰੀ ਕਰਾ ਦੇਵੀਂ, ਬਾਦਸ਼ਾਹ ਕੋਲ ਮੈਂ ਪੁਕਾਰ ਕਰਾਂਗਾ ਔਰ ਗੁਰੂ ਅਰਜਨ ਦੇਵ ਸਾਹਿਬ ਤੇ ਦੋਸ਼ ਆਰੋਪਾਂਗਾ। ਉਹਨਾਂ ਤੇ ਦੋਸ਼ ਆਰੋਪ ਕੇ ਮੈਂ ਆਪਣੀ ਗੱਲ ਬਾਦਸ਼ਾਹ ਨੂੰ ਕਹਿ ਕੇ ਬਾਦਸ਼ਾਹ ਨੂੰ ਆਪਣੇ ਤੇ ਪ੍ਰਸੰਨ ਕਰਾਂਗਾ। ਦੇਖੋ ਆਪ ਮੈਂ ਆਏ ਹੋ ਮਿਲ ਯਤਨ ਕਰੀ ਜੈ। ਇਹ ਦੀਵਾਨ ਚੰਦੂ, ਜੇ ਤੂੰ ਕਹੇ ਤੇ ਮੈਨੂੰ ਲਿਖ ਕੇ ਭੇਜ ਦੇ ਤੇ ਮੈਂ ਛੇਤੀ ਨਾਲ ਚੱਲ ਕੇ ਆ ਜਾਣਾ ਤੇਰੇ ਕੋਲ ਲਾਹੌਰ। ਆਪਾਂ ਦੋਵੇਂ ਜਣੇ ਰਲ ਕੇ ਇਹ ਸਾਰਾ ਯਤਨ ਬਣਾਵਾਂਗੇ। ਇਹ ਕੰਮ ਜਿਹੜਾ ਆਪਣਾ ਬੜੇ ਚਿਰ ਦਾ ਅਟਕਿਆ ਹੋਇਆ, ਆਪਾਂ ਦੋਵੇਂ ਜਣੇ ਰਲ ਕੇ ਕਰਾਂਗੇ। ਪਠ ਕੈ ਪਾਤੀ ਚਿਤਿਓ ਚਿਤ ਕਰ ਬੂਝਣ ਸਾਹੂ। ਪ੍ਰਿਥੀਏ ਦੀ ਇਹ ਚਿੱਠੀ ਚੰਦੂ ਨੇ ਪੜ੍ਹੀ। ਚੰਦੂ ਨੇ ਪੜ੍ਹ ਕੇ ਉਸ ਵਕਤ ਨਿਰਣਾ ਕਰ ਲਿਆ ਕਿ ਚਲੋ ਮੈਂ ਲੱਭ ਰਿਹਾ ਸੀ ਕਿ ਕੀ ਯਤਨ ਕਰਾਂ, ਮੈਨੂੰ ਹੁਣ ਯਤਨ ਮਿਲ ਗਿਆ ਹੈ। ਕੋਨ ਪ੍ਰਿਥਿਆ ਬੁਲਵਾਏ ਹੋ ਤੂਰਨ ਨਿਜ ਪਾਹੂ। ਸੋਚਿਆ ਚੰਦੂ ਨੇ ਕਿ ਹੁਣ ਮੈਂ ਬਾਦਸ਼ਾਹ ਨੂੰ ਮਿਲ ਕੇ ਪ੍ਰਿਥੀ ਚੰਦ ਦੀ ਗੱਲ ਚਲਾਵਾਂ ਕਿ ਪ੍ਰਿਥੀਆ ਤੇਰੇ ਕੋਲ ਪੁਕਾਰ ਕਰਨਾ ਚਾਹੁੰਦਾ ਆਪਣੇ ਇਨਸਾਫ ਵਾਸਤੇ, ਨਿਆਂ ਵਾਸਤੇ। ਤੇ ਜੇ ਬਾਦਸ਼ਾਹ ਨੇ ਹਾਮੀ ਭਰ ਦਿੱਤੀ
ਤਾਂ ਮੈਂ ਪ੍ਰਿਥੀ ਚੰਦ ਨੂੰ ਸੱਦਾ ਭੇਜ ਕੇ ਇੱਥੇ ਸੱਦ ਲਵਾਂਗਾ ਲਾਹੌਰ, ਔਰ ਪ੍ਰਿਥੀ ਚੰਦ ਨੂੰ ਬਾਦਸ਼ਾਹ ਦੀ ਕਚਹਿਰੀ ਵਿੱਚ ਪੇਸ਼ ਕਰਾਂਗਾ। ਏਮ ਨਿਸਚੇ ਕਰ ਪ੍ਰਾਤ ਉਠ ਮਤ ਮੰਦ ਚਿਤਾਰੈ। ਮਾੜੀ ਮਤ ਦੇ ਨਾਲ ਖੋਟੀ ਵਿਚਾਰ ਕਰ ਰਿਹਾ ਹੈ, ਕਿਉਂਕਿ ਜਿਹੋ ਜੇ ਬੰਦੇ ਦੀ ਮਤ ਹੁੰਦੀ ਉਹਦੇ ਅੰਦਰ ਵਿਚਾਰ ਵੀ ਉਸੇ ਤਰ੍ਹਾਂ ਦੀ ਚੱਲਦੀ। ਖੋਟੀ ਮਤ ਸੀ, ਖੋਟੀ ਵਿਚਾਰ ਨੂੰ ਵਿਚਾਰਦਾ ਸਵੇਰੇ ਸਵੇਰੇ ਉੱਠਿਆ ਚੰਦੂ ਪਾਪੀ ਦੁਰਾਚਾਰੀ। ਗਮਨਿਓ ਹਜ਼ਰਤ ਕੇ ਨਿਕਟ ਨਰ ਨਿਮ ਹਜ਼ਾਰ। ਸਵੇਰੇ ਕਚਹਿਰੀ ਲੱਗੀ ਬਾਦਸ਼ਾਹ ਦੀ, ਇਹ ਬਾਦਸ਼ਾਹ ਦੀ ਕਚਹਿਰੀ ਵਿੱਚ ਪਹੁੰਚਿਆ। ਕੀ ਵੇਖਦਾ ਅੱਗੇ ਬਾਦਸ਼ਾਹ ਦਾ ਜਲਸਾ ਸਜਿਆ ਹੋਇਆ, ਔਰ ਬਹੁਤ ਸਾਰੇ ਲੋਕ ਇਹਦੇ ਅੱਗੇ ਨਿਮ ਰਹੇ ਨੇ। ਕਿਤੇ ਵਜ਼ੀਰ ਬੈਠੇ ਨੇ, ਕਿਤੇ ਮੁਨਸ਼ੀ ਮੁਸੱਦੀ ਬੈਠੇ ਨੇ, ਵੱਡੇ ਵੱਡੇ ਨਾਇਬ ਅਫਸਰ ਬੈਠੇ ਨੇ। ਸਾਰੇ ਬਾਦਸ਼ਾਹ ਅੱਗੇ ਝੁਕ ਝੁਕ ਕੇ ਸਲਾਮਾਂ ਕਰ ਰਹੇ ਨੇ। ਰਜਤ ਦੰਡ ਗਹਿ ਅਗਰ ਚੱਲ ਕੋ ਨਰਨ ਹਟਾਵੇ। ਔਰ ਉਹ ਜਿਹੜੇ ਵੱਡੇ ਵੱਡੇ ਵਜ਼ੀਰ ਨੇ ਉਹ ਜਾ ਰਹੇ ਨੇ ਬਾਦਸ਼ਾਹ ਦੀ ਕਚਹਿਰੀ 'ਚ, ਤੇ ਉਹਨਾਂ ਦੀ ਉਹ ਨਮਸਕਾਰ ਕਰ ਰਹੇ ਨੇ। ਜਦੋਂ ਦੀਵਾਨ ਚੰਦੂ ਆਇਆ ਨਾ, ਤੇ ਚੰਦੂ ਦਾ ਬੜਾ ਰੁਤਬਾ ਸੀ, ਦੀਵਾਨ ਦਾ ਰੁਤਬਾ ਬੜਾ ਵੱਡਾ ਹੁੰਦਾ ਸੀ। ਚੰਦੂ ਦੇ ਅੱਗੇ ਅੱਗੇ ਸੋਨੇ ਚਾਂਦੀ ਦੀ ਚੋਭ ਫੜ ਕੇ ਇੱਕ ਚੋਭਦਾਰ ਟੁਰਿਆ ਜਾਂਦਾ ਸੀ, ਤੇ ਲੋਕਾਂ ਨੂੰ ਪਾਸੇ ਕਰਦਾ ਜਾਂਦਾ ਸੀ ਵੀ ਪਾਸੇ ਹਟ ਜੋ, ਦੀਵਾਨ ਚੰਦੂ ਆ ਰਿਹਾ। ਉਹਦੇ ਅੱਗੇ ਅੱਗੇ ਚੋਭਦਾਰ ਜਿਹੜੇ ਸਨ ਉਹ ਚੰਦੂ ਦੇ ਬੋਲਦੇ ਹੋਏ ਲੋਕਾਂ ਨੂੰ ਪਾਸੇ ਕਰਦੇ ਜਾ ਰਹੇ ਸਨ। ਸੰਗ ਸੁਪਟ ਗਮਨਤ ਪਗਨ ਚੌਹ ਦਿਸ ਮਹਿ ਜਾਵੇ। ਚੰਦੂ ਦੇ ਨਾਲ 5-7 ਸਿਪਾਹੀ ਵੀ ਨੇ, ਉਹ ਵੀ ਇਹਦੇ ਚਾਰੇ ਪਾਸੇ ਨਾਲ ਨਾਲ ਜਾ ਰਹੇ ਨੇ। ਕਿਤਕ ਦਾਸ ਦੌਰਤ ਚੱਲ ਹੈ ਅਗਵਾ ਪਿਛਵਾਏ। 5-7 ਨੌਕਰ ਚਾਕਰ ਨੇ ਚੰਦੂ ਦੇ, ਜਿਹੜੇ ਦੌੜੇ ਜਾ ਰਹੇ ਨੇ ਚੰਦੂ ਦੇ, ਕਦੇ ਅੱਗੇ ਜਾਂਦੇ ਨੇ ਭੱਜ ਕੇ, ਕਦੇ ਪਿੱਛੇ ਆਉਂਦੇ ਹਨ। ਬੋਲਤ ਜਾਤ ਨਕੀਬ ਜੋ ਕੋ ਸੁਜਸ ਸੁਨਾਏ। ਅੱਗੇ ਅੱਗੇ ਨਕੀਬ ਬੋਲਦਾ ਜਾ ਰਿਹਾ ਹੈ। ਬਾਦਸ਼ਾਹ ਜਹਾਂਗੀਰ ਦੇ ਦੀਵਾਨ ਚੰਦੂ ਆ ਰਹੇ ਹਨ। ਏਦਾਂ ਉੱਚੀ ਉੱਚੀ ਆਵਾਜ਼ ਦੇ ਵਿੱਚ ਨਕੀਬ ਅੱਗੇ ਅੱਗੇ ਬੋਲਦਾ ਜਾ ਰਿਹਾ ਹੈ। ਆਗੇ ਚੱਲੇ ਟੱਲੇ ਤੇ ਕੁਛ ਗਹਿ ਖੜਗ ਰੋਟਾਲੇ। ਤਲਵਾਰਾਂ ਤੇ ਢਾਲਾਂ ਫੜ ਕੇ ਅੱਗੇ ਕੁਝ ਸੂਰਮੇ ਜਿਹੜੇ ਨੇ ਉਹ ਸਨਦਬੱਧ ਹੋ ਕੇ, ਸ਼ਸਤਰਧਾਰੀ ਹੋ ਕੇ ਜਾ ਰਹੇ ਨੇ। ਕੋ ਸਨਮਾਨਤ ਸੰਗ ਮੈਂ ਕਹਿ ਬਾਤ ਰਸਾਲੇ। ਔਰ ਕਈ ਬੜਾ ਸਨਮਾਨ ਕਰਦੇ ਆਉਂਦੇ ਹੋਏ ਇਹਦਾ, ਔਰ ਇਹਦੇ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਨ। ਮੰਗਤ ਜਨਗਨ ਬੋਲਤੇ ਸਿਵਕਾ ਪਰ ਚਾਲਾ। ਇਹ ਪਾਲਕੀ 'ਚ ਸਵਾਰ ਹੋ ਕੇ ਜਾ ਰਿਹਾ ਚੰਦੂ। ਲਾਗੇ ਤਾਗੇ ਮੰਗਤੇ ਵੀ ਬੋਲਦੇ ਨੇ, ਆ ਕੇ ਇਹਦੇ ਕੋਲੋਂ ਦਾਨ ਮੰਗਦੇ ਹਨ। ਗਾਰ ਜਾਮਾ ਪਾਲੇ ਬਹੁਤ ਸਿਰ ਪਾਗ ਬਸਾਲਾ। ਚੰਦੂ ਨੇ ਆਪਣੇ ਗਲ 'ਚ ਬੜਾ ਵੱਡਾ ਜਾਮਾ ਪਾਇਆ ਹੋਇਆ ਹੈ, ਸਿਰ ਤੇ ਚੰਦੂ ਨੇ ਪੱਗ ਬੱਧੀ ਹੋਈ ਹੈ। ਦੋਹ ਦਿਸ ਲੇਤ ਸਲਾਮ ਕੋ ਗਮਨਤ ਪੁਰ ਮਾਹੋ। ਏਦਾਂ ਨਗਰ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਲੰਘਦਾ ਜਾ ਰਿਹਾ ਹੈ। ਦੋਹਾਂ ਪਾਸਿਓਂ ਲੋਕ ਇਹਨੂੰ ਸਲਾਮਾਂ ਕਰ ਰਹੇ ਹਨ। ਵੇਖ ਦੀਵਾਨ ਨਰ ਖਰੇ ਹੋਏ ਸਨਮਾਨ ਉਮਾਹੂ। ਦੀਵਾਨ ਚੰਦੂ ਨੂੰ ਵੇਖ ਕੇ ਲੋਕ ਅੱਗੇ ਉੱਠ ਕੇ ਖਲੋ ਜਾਂਦੇ ਨੇ, ਔਰ ਇਹਦਾ ਸਨਮਾਨ ਤੇ ਸਤਿਕਾਰ ਕਰਦੇ ਹਨ। ਸਿੰਘ ਪੌਰ ਮਹਿ ਪਰੋ ਜਬ ਭਟ ਗਨ ਪੇ ਠੰਡ। ਇਹ ਜਦੋਂ ਲਾਹੌਰ ਦੇ ਕਿਲੇ ਦੇ ਮੁੱਖ ਦਰਵਾਜ਼ੇ ਵਿੱਚ ਪਹੁੰਚਿਆ, ਉੱਥੇ ਇਹਦੇ ਜਿਹੜੇ ਸਿਪਾਹੀ ਸਨ ਉਹ ਪਿੱਛੇ ਰਹਿ ਗਏ, ਕਿਉਂਕਿ ਸਿਪਾਹੀਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਉਹ ਬਾਹਰ ਰਹਿ ਗਏ ਤੇ ਇਹ ਅੱਗੇ ਅੰਦਰ ਕੱਲਾ ਚੱਲ ਪਿਆ। ਉਮਰਾਵਨ ਮਹਿ ਪੁਨ ਗਇਓ ਜੇ ਧਨ ਕਰ ਗਾਡੇ। ਜਿਹੜੇ ਵੱਡੇ ਵੱਡੇ ਉਮਰਾਵ ਤੇ ਅਫਸਰ ਬੈਠੇ ਸਨ ਬਾਦਸ਼ਾਹ ਦੀ ਕਚਹਿਰੀ ਵਿੱਚ, ਇਹ ਉਹਨਾਂ ਦੇ ਨਾਲ ਚੱਲ ਕੇ ਉਹਨਾਂ ਦੇ ਵਿੱਚ ਜਾ ਕੇ ਪਹੁੰਚਿਆ ਹੈ। ਜਹਾਂਗੀਰ ਬੈਠੇ ਤਖਤ ਬਹੁ ਨਮੋ ਕਰੰਤਾ। ਜਹਾਂਗੀਰ ਬਾਦਸ਼ਾਹ ਤਖਤ ਦੇ ਉੱਤੇ ਬੈਠਾ ਸੀ। ਚੰਦੂ ਪਹੁੰਚਿਆ ਕਚਹਿਰੀ 'ਚ।
ਇਹਨੇ ਝੁਕ ਕੇ 7 ਵਾਰ ਸੀਸ ਝੁਕਾ ਕੇ ਬਾਦਸ਼ਾਹ ਨੂੰ ਸਲਾਮ ਕੀਤੀ। ਨਿਜ ਦਰਜੇ ਪਰ ਤਬ ਥਿਰਿਓ ਉਤਸ਼ਾਹ ਤਰੰਤਾ। ਇਹਦਾ ਜਿਹੜਾ ਦਰਜਾ ਸੀ, ਸਾਰੀਆਂ ਦਰਜਾ ਬਦਰਜਾ ਕੁਰਸੀਆਂ ਸਭ ਦੀਆਂ ਲੱਗੀਆਂ ਹੁੰਦੀਆਂ ਸਨ ਕਿ ਇੱਥੇ ਫਲਾਣੇ ਵਜ਼ੀਰ ਨੇ ਬੈਠਣਾ, ਇਹ ਦੀਵਾਨ ਦੀ ਕੁਰਸੀ ਹੈ, ਉਹਦੀ ਕੁਰਸੀ, ਸਾਰਿਆਂ ਦੀਆਂ ਵੱਖਰੀਆਂ ਵੱਖਰੀਆਂ ਆਸਣ ਲੱਗੇ ਹੋਏ ਸੀ। ਜਿੱਥੇ ਦੀਵਾਨ ਚੰਦੂ ਦਾ ਦਰਜਾ ਸੀ ਉੱਥੇ ਜਾ ਕੇ ਇਹ ਬੈਠਾ ਹੈ। ਹਜ਼ਰਤ ਕੋ ਅਵਨੰਦਨ ਕਰ ਕਰ ਚਤੁਰਾਏ। ਔਰ ਬੜੀ ਚਤਰਾਈ ਨਾਲ ਝੁਕ ਝੁਕ ਕੇ ਇਹ ਮੁਸਕਰਾਉਂਦਾ ਮੁਸਕਰਾਉਂਦਾ ਬਾਦਸ਼ਾਹ ਨੂੰ ਸਲਾਮਾ ਕਰਦਾ ਹੈ, ਬਾਦਸ਼ਾਹ ਨੂੰ ਅਭਿਨੰਦਨ ਕਰਦਾ ਹੈ। ਕਹਿਤ ਸੁਨਾਵਤ ਮ੍ਰਿਦਲ ਬਚ ਕੀਰਤ ਵਰਦਾਏ। ਔਰ ਬੜੇ ਮਿੱਠੇ ਮਿੱਠੇ ਬੋਲ ਬੋਲਦਾ ਚੰਦੂ, ਬੜਾ ਚਤਰ ਹੈ ਔਰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਬਾਦਸ਼ਾਹ ਦੀ ਕੀਰਤੀ ਕਰਦਾ ਹੈ। ਹਸਤ ਸਾਹ ਹਰਖਤ ਹੈ ਸਭ ਸਵਾ ਸਰਾਹੇ। ਚੰਦੂ ਦੀ ਜਿਹੜੀ ਅਭਿਨੰਦਨ ਸੀ ਉਹ ਬਾਦਸ਼ਾਹ ਨੇ ਬੜੀ ਖੁਸ਼ੀ ਦੇ ਨਾਲ ਇਹਦਾ ਅਭਿਨੰਦਨ ਪ੍ਰਵਾਨ ਕੀਤਾ ਹੈ। ਚੰਦੂ ਦੀਵਾਨ ਪੁਰਾਤਨੇ ਰਾਵਰ ਚਿਤ ਚਾਹੇ। ਔਰ ਇਹਦੇ 5-7 ਜਿਹੜੇ ਵਜ਼ੀਰ ਇਹਨੇ ਆਪਣੇ ਵੱਸ ਕੀਤੇ ਹੋਏ ਸੀ, ਚੰਦੂ ਨੇ ਲਾਲਚ ਦੇ ਕੇ ਉਹ ਵੀ ਕੋਲੋਂ ਹਾਮੀ ਭਰਦੇ, ਕਹਿੰਦੇ ਬਾਦਸ਼ਾਹ ਸਲਾਮਤ ਦੀਵਾਨ ਚੰਦੂ ਤੁਹਾਡੇ ਘਰ ਦਾ ਬੜਾ ਪੁਰਾਣਾ ਦੀਵਾਨ ਹੈ, ਇਹਦਾ ਬੜਾ ਵਧੀਆ ਰੁਤਬਾ, ਬੜਾ ਸਿਆਣਾ ਤੇ ਸੂਝਵਾਨ ਦੂਰ ਅੰਦੇਸ਼ ਬੰਦਾ ਹੈ। ਘਾਤ ਪਾਏ ਬੋਲਿਓ ਬਹੁਰ ਸੁਨਪਨ ਹੈ ਜਹਾਨਾ। ਚੰਦੂ ਨੇ ਜਦੋਂ ਵੇਖਿਆ ਕਿ ਸਾਰੀ ਸਭਾ ਹੁਣ ਮੇਰੇ ਵੱਲ ਦੀ ਹੈ, ਗੱਲ ਮੇਰੇ ਵੱਲ ਦੀ ਹੋ ਰਹੀ ਹੈ ਤੇ ਹੁਣ ਮੌਕਾ ਹੈ ਬਾਦਸ਼ਾਹ ਕੋਲ ਗੱਲ ਕਰਨ ਦਾ ਤੇ ਮੈਂ ਕਰ ਲਵਾਂ, ਉਸੇ ਵਕਤ ਘਾਤ ਪਾ ਕੇ ਸਮਾਂ ਪਾ ਕੇ ਚੰਦੂ ਬੋਲਿਆ। ਬਹੁ ਦਿਨ ਬੀਤੇ ਪ੍ਰਿਥੀ ਨਿਜ ਕਾਸ਼ਟ ਬਖਾਨਾ। ਕਹਿਣ ਲੱਗਾ ਬਾਦਸ਼ਾਹ ਸਲਾਮਤ ਬਹੁਤ ਦਿਨ ਬੀਤ ਗਏ, ਬਾਬਾ ਪ੍ਰਿਥੀ ਚੰਦ ਜੀ ਨੇ ਤੁਹਾਡੇ ਅੱਗੇ ਆਪਣਾ ਕਸ਼ਟ ਬਿਆਨ ਕੀਤਾ ਸੀ, ਉਹ ਦਿੱਲੀ ਵੀ ਆਪ ਜੀ ਨੂੰ ਆ ਕੇ ਮਿਲਿਆ ਸੀ। ਕਹਿਓ ਆਪ ਲਾਭਪੁਰ ਚੱਲ ਹੈ ਤਹ ਝਗਰ ਨਬੇਰ। ਜਦੋਂ ਉਹਨੇ ਦਿੱਲੀ ਤੁਹਾਡੇ ਕੋਲ ਪੁਕਾਰ ਕੀਤੀ ਸੀ, ਤੁਸੀਂ ਉਹਨੂੰ ਇੱਕ ਪਿੰਡ ਦੇ ਦਿੱਤਾ ਸੀ ਜਗੀਰ ਵਜੋਂ, ਔਰ ਉਹਨੂੰ ਕਿਹਾ ਸੀ ਕਿ ਜਦੋਂ ਮੈਂ ਲਾਹੌਰ ਆਵਾਂਗਾ ਉੱਥੇ ਆ ਕੇ ਤੇਰਾ ਝਗੜਾ ਨਿਬੇੜਾਂਗਾ। ਤੇ ਬਾਦਸ਼ਾਹ ਸਲਾਮਤ ਹੁਣ ਤੁਸੀਂ ਲਾਹੌਰ ਆ ਗਏ ਹੋ ਤੇ ਹੁਣ ਤੁਹਾਡਾ ਉਹ ਬਚਨ ਪੂਰਾ ਕਰਨ ਦਾ ਸਮਾਂ ਹੈ ਕਿ ਤੁਸੀਂ ਪ੍ਰਿਥੀ ਚੰਦ ਦਾ ਜਿਹੜਾ ਝਗੜਾ ਹੈ ਉਹਨੂੰ ਨਿਬੇੜੋ। ਰਹਿਓ ਪ੍ਰਤੀਖਤ ਛੁਦਤ ਜਿਮ ਭੋਜਨ ਦਿਸ ਹੇਰਾ। ਪ੍ਰਿਥੀ ਚੰਦ ਦੀ ਕੱਲ ਹੀ ਮੇਰੇ ਕੋਲ ਚਿੱਠੀ ਆਈ ਹੈ, ਉਹ ਬੜੇ ਚਿਰ ਦਾ ਉਡੀਕ ਰਿਹਾ ਕਿ ਕਦੋਂ ਤੁਸੀਂ ਲਾਹੌਰ ਆਵੋ। ਏਦਾਂ ਉਡੀਕ ਪਿਆ ਕਰਦਾ ਸੀ ਜਿਵੇਂ ਕੋਈ ਭੁੱਖਾ ਰੋਟੀ ਦੀ ਉਡੀਕ ਕਰਦਾ ਹੈ, ਏਦਾਂ ਉਹ ਤੁਹਾਡੀ ਉਡੀਕ ਕਰਦਾ ਸੀ ਕਿ ਤੁਸੀਂ ਕਦੋਂ ਲਾਹੌਰ ਆਓ ਤੇ ਆ ਕੇ ਉਹਦਾ ਝਗੜਾ ਨਿਬੇੜ ਕੇ ਉਹਦੇ ਨਾਲ ਇਨਸਾਫ ਕਰੋ। ਆਬ ਆਵਨ ਕੋ ਚਾਹਤ ਹੈ ਤੁਮ ਪਾਏ ਰਜਾਈ। ਬਾਦਸ਼ਾਹ ਸਲਾਮਤ ਹੁਣ ਬਾਬਾ ਪ੍ਰਿਥੀ ਚੰਦ ਜੀ ਤੁਹਾਡੇ ਕੋਲ ਆਉਣਾ ਚਾਹੁੰਦੇ ਨੇ, ਉਹ ਤੁਹਾਡੀ ਆਗਿਆ ਚਾਹੁੰਦੇ ਨੇ ਤੁਹਾਡੇ ਕੋਲ ਆਉਣ ਵਾਸਤੇ, ਤੁਹਾਡੇ ਕੋਲ ਆਪਣੀ ਬੇਨਤੀ ਕਰਨ ਲਈ। ਸੁਨੋ ਨਬੇਰ ਨਿਆਵ ਕਹੋ ਲਿਹ ਦੋਹਨ ਬਲਾਏ। ਬਾਦਸ਼ਾਹ ਸਲਾਮਤ ਹੁਣ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਉਹਨਾਂ ਦੋਨਾਂ ਨੂੰ ਸੱਦ ਲਓ, ਪ੍ਰਿਥੀ ਚੰਦ ਨੂੰ ਵੀ ਸੱਦ ਲਓ, ਉਹਨਾਂ ਦੇ ਭਰਾ ਗੁਰੂ ਅਰਜਨ ਦੇਵ ਸਾਹਿਬ ਨੂੰ ਵੀ ਸੱਦ ਲਓ, ਦੋਵਾਂ ਭਰਾਵਾਂ ਨੂੰ ਸੱਦ ਕੇ ਦੋਨਾਂ ਦੀ ਗੱਲ ਸੁਣੋ, ਔਰ ਦੋਨਾਂ ਦੀ ਗੱਲ ਸੁਣ ਕੇ ਉਹਨਾਂ ਦਾ ਕੌਣ ਸੱਚਾ ਤੇ ਕੌਣ ਝੂਠਾ ਹੈ ਇਹਦਾ ਨਿਰਣਾ ਕਰਕੇ ਇਨਸਾਫ ਕਰੋ। ਸਾਹਨ ਕੋ ਈਮਾਨ ਬੜ ਨਿਤ ਨਿਆਵ ਵਿਚਾਰ। ਹੁਣ ਚੰਦੂ ਜਿਹੜਾ ਸੀ ਸਿਫਤਾਂ ਕਰਨ ਲੱਗਾ ਬਾਦਸ਼ਾਹ ਦੀਆਂ ਆਪਣੀ ਗੱਲ ਮਨਾਉਣ ਲਈ, ਕਹਿੰਦਾ ਜੀ ਜਿਹੜੇ ਬਾਦਸ਼ਾਹ ਲੋਕ ਹੁੰਦੇ ਨੇ ਉਹਨਾਂ ਦਾ ਧਰਮ ਹੀ ਇਹ ਹੁੰਦਾ ਹੈ ਕਿ ਉਹਨਾਂ ਦਾ ਧਰਮ ਹੈ ਇਨਸਾਫ ਕਰਨਾ। ਬਾਦਸ਼ਾਹ ਲੋਕਾਂ ਦਾ ਧਰਮ ਇਹ ਹੈ ਕਿ ਉਹ ਨਿਆਏ ਕਰਨ, ਜਿਹੜੇ ਤਖਤ ਤੇ ਬੈਠੇ ਨੇ ਤਖਤ ਦਾ ਮਤਲਬ ਇਹ ਹੈ
ਕਿ ਇਸ ਤਖਤ ਤੇ ਬੈਠ ਕੇ ਇਨਸਾਫ ਕਰਨਾ, ਨਿਆਏ ਕਰਨਾ ਹੈ। यथा जोग रख प्रजा को सब को प्रतपार। ਬਾਦਸ਼ਾਹ ਦਾ ਧਰਮ ਬਣਦਾ ਯਥਾ ਯੋਗ ਆਪਣੀ ਸਾਰੀ ਪ੍ਰਜਾ ਦੀ ਸੰਭਾਲ ਕਰਨੀ, ਆਪਣੀ ਸਾਰੀ ਪ੍ਰਜਾ ਦੀ ਦੇਖਭਾਲ ਕਰਨੀ, ਉਹਨਾਂ ਦੇ ਦੁੱਖ ਤਕਲੀਫਾਂ ਨੂੰ ਜਾਣਨਾ ਤੇ ਦੂਰ ਕਰਨਾ। सब काजन ते एह बड़ो नित झगर चुकावे। ਬਾਦਸ਼ਾਹ ਸਲਾਮਤ ਜਿੰਨੇ ਕੰਮ ਬਾਦਸ਼ਾਹ ਜੀ ਤੁਹਾਡੇ ਵੱਲੋਂ ਕੀਤੇ ਜਾਂਦੇ ਨੇ, ਸਾਰੇ ਕੰਮਾਂ ਵਿੱਚੋਂ ਸਭ ਤੋਂ ਵੱਡਾ ਕੰਮ ਇੱਕ ਬਾਦਸ਼ਾਹ ਵਾਸਤੇ ਹੁੰਦਾ ਕਿਸੇ ਦਾ ਝਗੜਾ ਨਿਬੇੜਨਾ। ਇਹ ਸਾਰਿਆਂ ਤੋਂ ਵੱਡਾ ਕੰਮ ਹੁੰਦਾ ਇੱਕ ਬਾਦਸ਼ਾਹ ਵਾਸਤੇ ਕਿ ਕਿਸੇ ਦਾ ਝਗੜਾ ਨਿਬੇੜ ਦੇਣਾ। तुम समान को नह भयो सुख प्रजा बसावे। ਬਾਦਸ਼ਾਹ ਸਲਾਮਤ ਅੱਜ ਤੱਕ ਤੁਹਾਡੇ ਤੋਂ ਪਹਿਲਾਂ ਵੀ ਬੜੇ ਬੜੇ ਬਾਦਸ਼ਾਹ ਹੋਏ ਨੇ, ਪਰ ਤੁਹਾਡੇ ਵਰਗਾ ਬਾਦਸ਼ਾਹ ਅੱਜ ਤੋਂ ਪਹਿਲਾਂ ਨਾ ਹੋਇਆ ਤੇ ਸ਼ਾਇਦ ਨਾ ਹੋਵੇਗਾ ਜਿਹੜਾ ਆਪਣੀ ਪ੍ਰਜਾ ਦੇ ਦੁੱਖਾਂ ਨੂੰ ਦੂਰ ਕਰਦਾ। ਇਹਨੂੰ ਕਹਿੰਦੇ ਨੇ ਖੁਸ਼ਾਮਦ ਕਰਨੀ, ਝੂਠੀ ਖੁਸ਼ਾਮਦੀ ਕਰਨੀ। ਇਹ ਝੂਠੀ ਖੁਸ਼ਾਮਦੀ ਕਰ ਰਿਹਾ ਹੈ। ਕਹਿੰਦਾ ਜੀ ਤੁਹਾਡੇ ਵਰਗਾ ਅੱਜ ਤੱਕ ਕੋਈ ਬਾਦਸ਼ਾਹ ਨਹੀਂ ਹੋਇਆ ਜਿਹੜਾ ਆਪਣੀ ਪ੍ਰਜਾ ਦੇ ਦੁੱਖ ਦੂਰ ਕਰਦਾ, ਆਪਣੀ ਪ੍ਰਜਾ ਦੇ ਦੁੱਖਾਂ ਨੂੰ ਨਿਵਾਰਦਾ ਹੈ। राव रंक बिच न्याव के तुम लखे समान। ਤੁਸੀਂ ਜਦੋਂ ਇਨਸਾਫ ਕਰਦੇ ਹੋ ਬਾਦਸ਼ਾਹ ਸਲਾਮਤ, ਉਦੋਂ ਤੁਸੀਂ ਇਹ ਨਹੀਂ ਵੇਖਦੇ ਕਿ ਇਹ ਅਮੀਰ ਹੈ ਜਾਂ ਇਹ ਗਰੀਬ ਹੈ, ਇਹ ਰਾਜਾ ਹੈ ਜਾਂ ਭਿਖਾਰੀ ਹੈ। ਤੁਸੀਂ ਉਸ ਵੇਲੇ ਇਨਸਾਫ ਕਰਨ ਵੇਲੇ ਦੋਨਾਂ ਨੂੰ ਇੱਕ ਬਰਾਬਰ ਨਜ਼ਰੀਏ ਨਾਲ ਵੇਖਦੇ ਹੋ। ਭਾਵੇਂ ਰਾਜਾ ਹੋਵੇ ਤੇ ਭਾਵੇਂ ਭਿਖਾਰੀ ਹੋਵੇ, ਤੁਸੀਂ ਦੋਨਾਂ ਨੂੰ ਫਿਰ ਇੱਕ ਬਰਾਬਰ ਦੀ ਨਿਗਾਹ ਨਾਲ ਵੇਖ ਕੇ ਇਨਸਾਫ ਕਰਦੇ ਹੋ। पृथक करयो पै पान को रखियो न छाना। ਬਾਦਸ਼ਾਹ ਸਲਾਮਤ ਇਹ ਗੱਲ ਲੁਕੀ ਛਿਪੀ ਨਹੀਂ ਹੋਈ। ਪਹਿਲਾਂ ਵੀ ਤੁਸੀਂ ਕਈ ਵਾਰੀ ਇਨਸਾਫ ਕੀਤੇ ਨੇ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ। ਤੁਹਾਡੇ ਅੱਗੇ ਬੜੇ ਬੜੇ ਮਸਲੇ ਆਏ, ਲੋਕਾਂ ਦੇ ਝਗੜੇ ਆਏ, ਦੋ ਦੋ ਧਿਰਾਂ ਨੇ ਆ ਕੇ ਤੁਹਾਡੇ ਕੋਲ ਪੁਕਾਰਾਂ ਕੀਤੀਆਂ, ਪਰ ਤੁਸੀਂ ਉਹਨਾਂ ਦਾ ਫੈਸਲਾ ਏਦਾਂ ਨਿਬੇੜਿਆ ਜਿਵੇਂ ਦੁੱਧ ਤੇ ਪਾਣੀ ਵੱਖਰਾ ਵੱਖਰਾ ਕਰੀਦਾ ਹੈ। समस मनिंद प्रकाश ने तम अनैन साए। ਬਾਦਸ਼ਾਹ ਤੁਸੀਂ ਸੂਰਜ ਵਾਂਗੂ ਇਨਸਾਫ ਦਾ ਪ੍ਰਕਾਸ਼ ਕਰਦੇ ਹੋ। ਜਿੱਥੇ ਤੁਹਾਡੇ ਸੂਰਜ ਜੈਸੇ ਇਨਸਾਫ ਦਾ ਪ੍ਰਕਾਸ਼ ਹੁੰਦਾ ਹੈ, ਉੱਥੇ ਅਨਿਆਏ ਦਾ ਹਨੇਰਾ ਕਿਸੇ ਨਾਲ ਨਹੀਂ ਹੁੰਦਾ। ਉੱਥੇ ਫਿਰ ਕਿਸੇ ਨਾਲ ਅਨਿਆਏ ਦਾ ਹਨੇਰਾ ਨਹੀਂ ਵਰਤਦਾ ਜਿੱਥੇ ਤੁਹਾਡੇ ਨਿਆਂ ਦਾ ਸੂਰਜ ਚੜ੍ਹਦਾ ਹੈ। चोर जार पट पार ठग तम चर सो छपाए। ਤੁਹਾਡੇ ਇਨਸਾਫ ਦੇ ਸੂਰਜ ਦੇ ਸਾਹਮਣੇ ਜਿੰਨੇ ਚੋਰ ਯਾਰ ਬਟਵਾਰ ਰਾਹ ਮਾਰਨੇ, ਉਹ ਸਾਰੇ ਰਾਤ ਦੇ ਵਿੱਚ ਫਿਰਨ ਵਾਲੇ ਜੀਵ ਲੁਕ ਗਏ ਨੇ। ਤੁਹਾਡੇ ਰਾਜ ਵਿੱਚ ਨਾ ਕੋਈ ਚੋਰ ਲੱਭਦਾ ਹੈ, ਨਾ ਕੋਈ ਰਾਹ ਮਾਰ, ਨਾ ਕੋਈ ਠੱਗ ਲੱਭਦਾ ਹੈ। सोन चंदू ते साह कह गुर टिग ना पठाओ। ਗੱਲ ਕੀ ਬਾਦਸ਼ਾਹ, ਬਸ ਸਾਰੇ ਗੱਲਾਂ ਦੀ ਇੱਕੋ ਗੱਲ ਹੈ ਕਿ ਤੇਰੇ ਵਰਗਾ ਇਨਸਾਫ ਦੁਨੀਆ 'ਚ ਕੋਈ ਨਹੀਂ ਕਰ ਸਕਦਾ। ਚੰਦੂ ਦੇ ਕੋਲੋਂ ਆਪਣੀ ਇਹ ਸਿਫਤ ਸੁਣੀ। ਬਾਦਸ਼ਾਹ ਲੋਕ ਅਕਸਰ ਆਪਣੀਆਂ ਸਿਫਤਾਂ ਦੇ ਪੁੱਲ ਲੋਕਾਂ ਕੋਲੋਂ ਸੁਣਦੇ ਐ, ਉਹ ਆਪਣੀ ਆਲੋਚਨਾ ਨਹੀਂ ਸੁਣਨਾ ਚਾਹੁੰਦੇ। ਹਮੇਸ਼ਾ ਉਹਨਾਂ ਦੇ ਕੰਨ ਚਾਹੁੰਦੇ ਨੇ ਆਪਣੀ ਸਿਫਤ ਸੁਣਨਾ। ਭਾਵੇਂ ਉਹ ਮਾੜਾ ਕੰਮ ਵੀ ਕਰਨ ਤਾਂ ਵੀ ਚਾਹੁੰਦੇ ਨੇ ਕਿ ਲੋਕ ਸਾਡੀ ਸਿਫਤ ਹੀ ਕਰਨ, ਸਾਡੇ ਖਿਲਾਫ ਨਾ ਕੋਈ ਬੋਲੇ। ਜੇ ਕੋਈ ਬੋਲੇ ਤਾਂ ਉਹਦੀ ਆਵਾਜ਼ ਨੂੰ ਦਬਾਉਣ ਵਾਸਤੇ ਬੜੇ ਯਤਨ ਕੀਤੇ ਜਾਂਦੇ ਨੇ। ਭਾਵੇਂ ਉਹਨਾਂ ਨੂੰ ਡਾਂਗਾਂ ਮਾਰੀਆਂ ਜਾਣ, ਭਾਵੇਂ ਫੜ ਕੇ ਜੇਲ੍ਹੀ ਡੱਕੀ ਜਾਂ ਡੱਕਿਆ ਜਾਵੇ, ਉਹਨਾਂ ਨੂੰ ਬੋਲਣ ਤੋਂ ਰੋਕਿਆ ਜਾਂਦਾ। ਬਾਦਸ਼ਾਹ ਆਪਣੀ ਸਿਫਤ ਸੁਣ ਕੇ ਨਾ ਚੰਦੂ ਕੋਲੋਂ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ। करह पुकार जो पृथ्विया निज निकट बोलाओ। ਹਾਂ, ਕਹਿਣ ਲੱਗਾ ਜੀ ਫਿਰ ਏਦਾਂ ਕਰੋ ਦੀਵਾਨ ਜੀ, ਪ੍ਰਿਥੀ ਚੰਦ ਨਾਲ ਮੈਂ ਬਚਨ ਕੀਤਾ ਸੀ ਤੇ ਹੁਣ ਮੈਂ ਆਪਣਾ ਬਚਨ ਪੂਰਾ ਕਰਦਾ। ਤੁਸੀਂ ਉਹਨੂੰ ਬੁਲਾਓ ਮੇਰੇ ਕੋਲ।
ਮੇਰੇ ਕੋਲ ਸੱਦੋ ਆ ਕੇ ਆਪਣਾ ਜਿਹੜੀ ਪੁਕਾਰ ਕਰਨੀ ਹੈ ਮੇਰੇ ਕੋਲ ਕਰੇ। प्रथम सुनै निर्णय करहै किम करह पुकारू। ਪਹਿਲਾਂ ਮੈਂ ਪ੍ਰਿਥੀ ਚੰਦ ਦੀ ਗੱਲ ਸੁਣਾਂਗਾ, ਉਹਦੀਆਂ ਸਾਰੀਆਂ ਗੱਲਾਂ ਸੁਣ ਕੇ ਪੂਰਨ ਤੌਰ ਤੇ ਨਿਰਣਾ ਕਰਾਂਗਾ, ਵੇਖਾਂਗਾ ਕਿ ਉਹਦੀ ਗੱਲ ਵਿੱਚ ਕੋਈ ਸੱਚਾਈ ਹੈ ਵੀ ਜਾਂ ਝੂਠੀਆਂ ਹੀ ਗੱਲਾਂ ਕਹਿ ਰਿਹਾ ਹੈ। ਬਹੁਰ ਉਗਾਹਾ ਹਕਾਰ ਕਰ ਤੈਨ ਸਿੱਖ ਜੇ ਉਦਾਰੂ। ਫਿਰ ਜਿਹੜੇ ਸਿੱਖ ਨੇ ਉਹਨਾਂ ਨੂੰ ਉਗਾਈ ਦੇ ਤੌਰ ਤੇ ਸੱਦਾਂਗਾ ਤੇ ਗਵਾਹ ਬਣਾ ਕੇ ਉਹਨਾਂ ਦੇ ਕੋਲੋਂ ਮੈਂ ਗਵਾਹੀ ਲਵਾਂਗਾ ਕਿ ਪ੍ਰਿਥੀ ਚੰਦ ਠੀਕ ਕਹਿ ਰਿਹਾ। ਜਿਹੜੇ ਇਹਦੇ ਪੱਖ ਦੇ ਨੇ ਉਹ ਵੀ ਸੱਦਾਂਗਾ, ਜਿਹੜੇ ਗੁਰੂ ਅਰਜਨ ਦੇਵ ਸਾਹਿਬ ਦੇ ਪੱਖ ਦੇ ਗਵਾਹ ਨੇ ਉਹਨਾਂ ਨੂੰ ਵੀ ਸੱਦਾਂਗਾ। ਗਵਾਹਾਂ ਨੂੰ ਸੱਦ ਕੇ ਉਹਨਾਂ ਦੇ ਕੋਲੋਂ ਮੈਂ ਗਵਾਹੀ ਲਵਾਂਗਾ, ਪੜਚੋਲ ਕਰਾਂਗਾ ਪੂਰਨ ਤੌਰ ਤੇ ਕਿ ਪ੍ਰਿਥੀ ਚੰਦ ਨੇ ਜਿਹੜੀ ਗੱਲ ਕਹੀ ਹੈ ਉਹ ਦਰੁਸਤ ਹੈ ਜਾਂ ਨਹੀਂ। श्री गुर बहुर बुलाए हैं तब उचित निहारे। ਕਹਿੰਦਾ ਗੁਰੂ ਅਰਜਨ ਦੇਵ ਸਾਹਿਬ ਨੂੰ ਹਾਲੇ ਨਹੀਂ ਬੁਲਾਉਣਾ, ਜਦੋਂ ਮੈਂ ਉਚਿਤ ਵੇਖਾਂਗਾ ਸਾਰੀਆਂ ਗੱਲਾਂ ਹੁੰਦੀਆਂ ਹੋਈਆਂ, ਵਾਕਈ ਮੈਂ ਸਮਝਾਂਗਾ ਕਿ ਗੁਰੂ ਅਰਜਨ ਦੇਵ ਸਾਹਿਬ ਦੇ ਵਿੱਚ ਕੋਈ ਕਮੀ ਹੈ, ਫੇਰ ਮੈਂ ਉਹਨਾਂ ਨੂੰ ਆਪਣੀ ਕਚਹਿਰੀ ਵਿੱਚ ਬੁਲਾਵਾਂਗਾ, ਆਪਣੇ ਕੋਲ ਸੱਦਾਂਗਾ। यथा जोग करवाए हैं नह पक्ष संभारे। ਔਰ ਜਥਾ ਯੋਗ ਮੈਂ ਇਹ ਸਾਰਾ ਕੰਮ ਕਰਾਵਾਂਗਾ, ਵੇਖਾਂਗਾ, ਦੋਨੇ ਪੱਖ ਜਾਣਾਂਗਾ। हाथ जोर कहे भला जी उठ साह गयो है। ਦੀਵਾਨ ਚੰਦੂ ਨੇ ਹੱਥ ਜੋੜ ਕੇ ਆਖਿਆ, ਬਦਾ ਬਾਦਸ਼ਾਹ ਸਲਾਮਤ ਭਲਾ ਜੀ, ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਭਲਾ ਕਹਿ ਰਹੇ ਹੋ, ਮੈਂ ਇਸੇ ਤਰ੍ਹਾਂ ਹੀ ਕਰਾਂਗਾ। ਇਹ ਕਹਿ ਕੇ ਚੰਦੂ ਚਲਾ ਗਿਆ। ਭਈ ਬਰਖਾਸਤ ਸਭ ਸਭਾ ਮੁਦ ਚੰਦ ਭਇਓ ਹੈ। ਬਾਦਸ਼ਾਹ ਦੀ ਕਚਹਿਰੀ ਬਰਖਾਸਤ ਹੋਈ। ਚੰਦੂ ਬੜਾ ਖੁਸ਼ ਹੋਇਆ ਕਿ ਅੱਜ ਤਾਂ ਮੇਰੀ ਮਨ ਭਾਉਂਦੀ ਗੱਲ ਬਣ ਗਈ। ਜਿਹੜਾ ਮੇਰਾ ਕੀਤਾ ਉਪਾਅ ਹੈ ਉਹ ਮੈਨੂੰ ਸਫਲਾ ਹੁੰਦਾ ਨਜ਼ਰ ਆ ਰਿਹਾ ਹੈ। ਸਦਨ ਆਏ ਤਿਸ ਚਾਰ ਕੋ ਸਭ ਕਹਿਓ ਪ੍ਰਸੰਗਾ। ਉਹ ਜਿਹੜਾ ਪ੍ਰਿਥੀਏ ਦਾ ਨੌਕਰ ਆਇਆ ਸੀ ਚਿੱਠੀ ਲੈ ਕੇ, ਘਰ ਆ ਕੇ ਸ਼ਾਮ ਨੂੰ ਇਹਨੇ ਉਹਨੂੰ ਸਾਰਾ ਪ੍ਰਸੰਗ ਦੱਸਿਆ। ਆਨੋ ਪ੍ਰਿਥਿਆ ਜਾਏ ਕਰ ਚੱਲ ਤੂਰਨ ਸੰਗਾ। ਕਹਿੰਦਾ ਜਾ ਬਈ ਛੇਤੀ ਚਲਾ ਜਾ ਤੇ ਬਾਬੇ ਪ੍ਰਿਥੀ ਚੰਦ ਨੂੰ ਜਿੰਨਾ ਛੇਤੀ ਹੋ ਸਕੇ ਉਹਨੂੰ ਨਾਲ ਲੈ ਕੇ ਇੱਥੇ ਲਾਹੌਰ ਆਉਣਾ ਕਰ। ਸੋਨ ਕੋਠੇ ਕੋ ਨਰ ਗਇਓ ਨਹਿ ਬਿਲਮ ਲਗਾਏ। ਜਿਹੜਾ ਦੂਤ ਸੀ ਛੇਤੀ ਲਾਹੌਰ ਤੋਂ ਕੋਠੇ ਪਿੰਡ ਨੂੰ, ਬਾਬੇ ਪ੍ਰਿਥੀਏ ਦੇ ਪਿੰਡ ਨੂੰ ਚੱਲ ਪਿਆ। ਬੈਠਿਓ ਕਰਤ ਪ੍ਰਤੀਖਨਾ ਮਿਲ ਸਕਲ ਸੁਨਾਏ। ਅੱਗੇ ਪ੍ਰਿਥੀਆ ਬੈਠਾ ਉਡੀਕ ਹੀ ਕਰ ਰਿਹਾ ਸੀ, ਉਹਨੂੰ ਜਾ ਕੇ ਇਹ ਦੂਤ ਮਿਲਿਆ ਤੇ ਸਾਰਾ ਪ੍ਰਸੰਗ ਜਿਵੇਂ ਚੰਦੂ ਨੇ ਦੱਸਿਆ ਸੀ ਉਹ ਪ੍ਰਿਥੀਏ ਨੂੰ ਆ ਕੇ ਨੇ ਸੁਣਾਇਆ। ਸਿਮਰਿਓ ਹਜ਼ਰਤ ਨੇ ਚੱਲੋ ਨਹਿ ਗਹਿਰ ਲਗੀ ਕਹਿੰਦਾ ਜਾ। ਬਾਬਾ ਜੀ ਚੱਲੋ, ਤੁਹਾਨੂੰ ਬਾਦਸ਼ਾਹ ਨੇ ਯਾਦ ਕੀਤਾ ਹੈ, ਨਾ ਗਹਿਰ ਕਰੀ ਜਾ, ਹੁਣ ਦੇਰੀ ਨਾ ਕਰੋ, ਜਿੰਨਾ ਛੇਤੀ ਹੋ ਸਕੇ ਇਥੋਂ ਲਾਹੌਰ ਨੂੰ ਚਾਲਾ ਪਾਓ। ਹਰਖਤ ਚੰਦੂ ਨੇ ਪਠਿਓ ਮਗ ਮਹਿ ਪਗ ਦੀਜੈ। ਮੈਨੂੰ ਚੰਦੂ ਨੇ ਬੜੀ ਖੁਸ਼ੀ ਨਾਲ ਭੇਜਿਆ, ਬੜਾ ਖੁਸ਼ ਸੀ ਚੰਦੂ ਜਦੋਂ ਉਹਨੇ ਮੈਨੂੰ ਭੇਜਿਆ। ਇਸ ਕਰਕੇ ਬਾਬਾ ਜੀ ਜਿੰਨਾ ਛੇਤੀ ਹੋ ਸਕੇ ਲਾਹੌਰ ਦੇ ਰਸਤੇ ਨੂੰ ਆਪਣੇ ਕਦਮ ਪੁੱਟੋ ਤੇ ਵੱਧ ਕੇ ਚੱਲੋ। ਸੁਨਤ ਹੌਸਲਾ ਔਰ ਵਧਿਓ ਤਿਆਰੀ ਕਰਵਾਏ। ਸੁਣ ਕੇ ਬਾਬੇ ਪ੍ਰਿਥੀ ਚੰਦ ਦੇ ਮਨ ਦਾ ਹੌਸਲਾ ਵੱਧ ਗਿਆ। ਉਸੇ ਵਕਤ ਇਹਨੇ ਸਵੇਰੇ ਚੱਲਣ ਦੀ ਤਿਆਰੀ ਕਰਵਾਈ। ਮਿਹਰਵਾਨ ਸੁਤ ਕੇ ਸਾਹਿਤ ਕਰਮੋ ਟਿਕ ਆਏ। ਕਰਮੋ ਇਹਦੀ ਘਰਵਾਲੀ, ਇਹਦਾ ਲੜਕਾ ਮਿਹਰਵਾਨ, ਦੋਵੇਂ ਬਾਬੇ ਪ੍ਰਿਥੀ ਚੰਦ ਕੋਲ ਚੱਲ ਕੇ ਆਏ। ਤੁਮ ਪ੍ਰਬੀਨ ਸਭ ਮਤ ਵਿਖੈ ਕਿਆ ਕਹੋ ਬਨਾਏ। ਆ ਕੇ ਕਰਮੋ ਬੋਲੀ, ਕਹਿਣ ਲੱਗੀ ਪਤੀ ਦੇਵ ਜੀ ਤੁਸੀਂ ਹਰ ਇੱਕ ਮਤ ਵਿੱਚ ਪ੍ਰਬੀਨ ਹੋ, ਸਿਆਣੇ ਹੋ, ਮੇਰਾ ਫਰਜ਼ ਤਾਂ ਨਹੀਂ ਬਣਦਾ ਕਿ ਮੈਂ ਤੁਹਾਨੂੰ ਕੁਝ ਆਖਾਂ,
ਤੁਹਾਨੂੰ ਕੋਈ ਮਤ ਦੇਵਾਂ ਜਾਂ ਤੁਹਾਨੂੰ ਕੁਝ ਸਮਝਾਵਾਂ। ਕਰੋ ਬਾਤ ਸੁਭ ਰੀਤ ਕੇ ਹੋਏ ਸਹਿਜ ਸੁਭਾਏ। ਪਰ ਫਿਰ ਵੀ ਤੁਸੀਂ ਜਿਹੜਾ ਵੀ ਕੰਮ ਕਰਨਾ ਹੈ, ਉਹ ਸਲੀਕੇ ਨਾਲ ਕਰਿਆ ਜੇ, ਸਿਆਣਪ ਨਾਲ ਕਰਿਆ ਜੇ। ਕਿਸੇ ਪ੍ਰਕਾਰ ਦੀ ਵੀ ਕੋਈ ਇਹੋ ਜਿਹੀ ਸਮੱਸਿਆ ਨਾ ਆਣ ਪਵੇ ਕਿ ਸਾਨੂੰ ਹੱਥਾਂ ਨਾਲ ਬੰਨੀਆਂ ਮੂੰਹ ਨਾਲ ਖੋਲਣੀਆਂ ਪੈਣ। ਉਹਦੇ ਵਾਸਤੇ ਧਿਆਨ ਦੇ ਨਾਲ ਗੌਰ ਨਾਲ ਵੇਖਣਾ। ਨਾ ਹੈ ਉਲਟੀ ਕੇ ਮੰਗਰ ਪਰ ਹੈ ਪਤਰ ਹੈ ਨ ਜੈਸੇ। ਕਿਤੇ ਐਸਾ ਨਾ ਹੋਵੇ ਕਿ ਆਪਣੇ ਦੁਸ਼ਮਣ ਨੂੰ ਦੁੱਖ ਦੇਂਦਿਆਂ ਉਹ ਕਿਤੇ ਸਾਡੇ ਗਲ ਵਿੱਚ ਹੀ ਆਣ ਕੇ ਉਲਟੀ ਪੈ ਜਾਏ। ਦੁਸ਼ਮਣ ਨੂੰ ਸਮੱਸਿਆ ਵਿੱਚ ਪਾਉਂਦਿਆਂ ਕਿਤੇ ਆਪਣੇ ਗਲ ਹੀ ਨਾ ਕੋਈ ਸਮੱਸਿਆ ਪੈ ਜਾਵੇ। ਇਹਦੇ ਵਾਸਤੇ ਧਿਆਨ ਦੇ ਨਾਲ ਸਾਰਾ ਕੰਮ ਕਰਿਆ ਜੇ। ਕਿਤੇ ਤੁਹਾਡੀ ਜਿਹੜੀ ਇੱਜ਼ਤ ਥੋੜੀ ਬਹੁਤੀ ਹੈ ਇਹ ਵੀ ਨਾ ਜਾਂਦੀ ਰਹੇ। ਜਿਹੜਾ ਮਾਣ ਪ੍ਰਤਿਸ਼ਠਾ ਤੁਹਾਡਾ ਬਣਿਆ ਹੋਇਆ ਬਾਦਸ਼ਾਹ ਦੀ ਕਚਹਿਰੀ ਵਿੱਚ ਵੀ, ਇਹ ਵੀ ਕਿਤੇ ਤੁਹਾਡਾ ਜਾਂਦਾ ਨਾ ਰਹੇ। ਚਲ ਹੈ ਜੀਵ ਕਾ ਬਹੁਤ ਅਬ ਨਤ ਆਛੇ ਐਸੇ। ਨਹੀਂ ਤਾਂ ਆਪਣੀ ਵਧੀਆ ਰੋਜੀ ਰੋਟੀ ਚੱਲ ਰਹੀ ਆ, ਛੱਡੋ ਪਰੇ, ਆਪਾਂ ਕੀ ਲੈਣਾ ਗੁਰਤਾ ਗੱਦੀ ਤੋਂ, ਘਰ ਬੈਠੇ ਰਾਮ ਰਾਮ ਕਰੋ। ਕਰਮੋਂ ਨੂੰ ਵੀ ਹੁਣ ਅਕਲ ਆਈ, ਕਹਿੰਦੀ ਛੱਡੋ, ਵਧੀਆ ਰੋਟੀ ਖਾ ਰਹੇ ਆ। ਉਹਨੂੰ ਸੁੱਝ ਰਿਹਾ ਸੀ ਵੀ ਬਾਦਸ਼ਾਹ ਕੋਲ ਜਾਣਾ, ਖਬਰੇ ਬਾਦਸ਼ਾਹ ਦਾ ਰੁਖ ਕਿੱਧਰ ਨੂੰ ਹੋ ਜਾਏ। ਉਹਨਾਂ ਦਾ ਕੀ ਪਤਾ, ਪੁਕਾਰ ਕਰਨ ਵਾਲੇ ਨੂੰ ਹੀ ਕਹਿ ਦੇਣ ਫੜੋ ਇਹਨੂੰ, ਚੱਕ ਕੇ ਫਾਹੇ ਟੰਗੋ। ਇਦਾਂ ਹੀ ਹੁੰਦਾ ਸੀ ਉਹਨਾਂ ਸਮਿਆਂ 'ਚ। ਕਰਮੋਂ ਡਰ ਰਹੀ ਹੈ, ਕਹਿੰਦੀ ਵਧੀਆ ਰੋਟੀ ਆਪਾਂ ਘਰ ਵਿੱਚ ਖਾ ਰਹੇ ਆ, ਆਪਾਂ ਨੂੰ ਕੋਈ ਕਮੀ ਨਹੀਂ ਘਰ ਵਿੱਚ, ਤੇ ਛੱਡੋ ਗੁਰਤਾ ਗੱਦੀ ਦੇ ਲਾਲਚ ਨੂੰ, ਇੱਥੇ ਘਰ ਵਿੱਚ ਬੈਠੇ ਰਾਮ ਰਾਮ ਕਰੋ। ਬਾਪਰੈ ਤੁਰਕਾਨ ਸੋ ਕਰਹਿ ਨਾ ਸਨਮਾਨਾ। ਜਦੋਂ ਤੁਰਕਾਂ ਨਾਲ ਵਾਹ ਪੈਂਦਾ ਨਾ, ਇਹਨਾਂ ਮਲੇਛਾਂ ਨਾਲ, ਬਾਦਸ਼ਾਹ ਲੋਕਾਂ ਨਾਲ, ਇਹ ਫਿਰ ਸਨਮਾਨ ਨਹੀਂ ਕਰਦੇ, ਇਹ ਫਿਰ ਸਤਿਕਾਰ ਨਹੀਂ ਕਰਦੇ। ਇਹਨਾਂ ਦੇ ਕੋਲ ਸਨਮਾਨ ਉਦੋਂ ਤੱਕ ਹੀ ਬਣਿਆ ਰਹਿੰਦਾ ਜਦੋਂ ਤੱਕ ਇਹਨਾਂ ਤੋਂ ਦੂਰ ਰਹੋ, ਇਹਨਾਂ ਰਾਜਨੀਤਿਕ ਲੋਕਾਂ ਤੋਂ। ਜਦੋਂ ਇਹਨਾਂ ਦੇ ਕੋਲ ਚਲੇ ਜਾਓ ਫਿਰ ਇਹ ਸਨਮਾਨ ਨਹੀਂ ਕਰਦੇ। ਹੰਸੇ ਕਰਹਿ ਸ਼ਰੀਕ ਗਨ ਜੇ ਹੋਏ ਕੁਛ ਹਾਨਾ। ਜੇ ਕੋਈ ਉੱਥੇ ਆਪਣੀ ਹਾਨੀ ਹੋ ਗਈ ਤੇ ਫਿਰ ਸ਼ਰੀਕਾਂ ਦੇ ਵਾਸਤੇ ਸਾਡੇ ਲਈ ਹਾਸੀ ਬਣ ਜਾਣੀ। ਉਹ ਸਾਡੇ ਤੇ ਹੋਰ ਹੱਸਣਗੇ, ਸਾਡਾ ਹੋਰ ਜ਼ਿਆਦਾ ਮਖੌਲ ਉਡਾਉਣਗੇ। ਮੋਹੇ ਨਾ ਆਛੋ ਅਬ ਲਗ ਹੈ ਕਿਤ ਜਾਨ ਤੁਮਾਰਾ। ਇਹ ਬਾਬਾ ਜੀ, ਪਤੀ ਦੇਵ ਜੀ, ਮੇਰਾ ਨਹੀਂ ਮਨ ਕਰਦਾ, ਮੈਨੂੰ ਨਹੀਂ ਚੰਗਾ ਪਿਆ ਲੱਗਦਾ ਤੁਹਾਡਾ ਜਾਣਾ ਕਿ ਤੁਸੀਂ ਲਾਹੌਰ ਜਾ ਕੇ ਬਾਦਸ਼ਾਹ ਨੂੰ ਮਿਲੋ। ਮੈਨੂੰ ਇਹ ਗੱਲ ਚੰਗੀ ਨਹੀਂ ਪਈ ਲੱਗਦੀ। ਗੁਰੂ ਪਦਾਰਥ ਬਹੁ ਦੇ ਫਲ ਚਲੇ ਗੁਜ਼ਾਰਾ। ਗੁਰੂ ਨੇ ਘਰ ਵਿੱਚ ਬੜੇ ਪਦਾਰਥ ਦਿੱਤੇ ਨੇ, ਬੜਾ ਵਧੀਆ ਗੁਜ਼ਾਰਾ ਰੋਜੀ ਰੋਟੀ ਦਾ ਆਪਣਾ ਘਰ ਵਿੱਚ ਚੱਲ ਰਿਹਾ, ਕਿਸੇ ਚੀਜ਼ ਦੀ ਘਰ 'ਚ ਕੋਈ ਕਮੀ ਨਹੀਂ। ਸੋਨ ਪ੍ਰਿਥੀਏ ਧੀਰਜ ਦੇ ਕਿ ਮ ਬੋਲਤ ਬੈਨਾ। ਕਰਮੋਂ ਦੀਆਂ ਇਹ ਗੱਲਾਂ ਸੁਣ ਕੇ ਪ੍ਰਿਥੀਆ ਬੋਲਿਆ, ਧੀਰਜ ਦਿੱਤਾ ਇਹਨੂੰ, ਕਹਿੰਦਾ ਕਿਵੇਂ ਗੱਲਾਂ ਕਰਦੀਆਂ ਕਰਮੋ, ਇਹ ਕੀ ਬੋਲ ਰਹੀ ਐ। ਲੈਨ ਸਮੋ ਕਾਤੀ ਅਬ ਹੈ ਕਿ ਮ ਬੈਠ ਬੈਨਾ। ਹੁਣ ਤਾਂ ਗੱਦੀ ਲੈਣ ਦਾ ਸਮਾਂ ਤੇ ਮੈਂ ਹੁਣ ਘਰ ਬਹਿ ਜਾ ਤੇਰੇ ਆਖੇ ਲੱਗ ਕੇ। ਹੁਣ ਤਾਂ ਗੱਦੀ ਲੈਣ ਦਾ ਸਮਾਂ, ਹੁਣ ਮੈਂ ਕਿਵੇਂ ਘਰ ਬੈਠ ਸਕਦਾ। ਜੀਤ ਰਹਿ ਰਿਪ ਕੋਹਤ ਹੈ ਪੁਨ ਮਿਲ ਹੈ ਆਏ। ਕਰਮੋਂ ਫਿਕਰ ਨਾ ਕਰ, ਜੇ ਮੈਂ ਜਿਉਂਦਾ ਰਿਹਾ ਨਾ ਤੇ ਦੁਸ਼ਮਣ ਨੂੰ ਮਾਰ ਕੇ ਮੈਂ ਫੇਰ ਆ ਕੇ ਤੈਨੂੰ ਹੁਣ ਮਿਲਾਂਗਾ। ਆਹ ਗੇੜਾ ਮੇਰਾ ਅਖੀਰਲਾ ਹੈ। ਹੁਣ ਤਾਂ ਜੇ ਮੈਂ ਜਿਉਂਦਾ ਰਿਹਾ ਨਾ ਤੇ ਵਾਪਸ ਮੁੜਾਂਗਾ ਹੀ ਤਾਂ ਜਦੋਂ ਆਪਣੇ ਦੁਸ਼ਮਣ ਨੂੰ ਮਾਰਾਂਗਾ। ਨਤ ਬੈਠੋ ਦਰ ਸਾਹ ਕੇ ਲਿਓ ਕਿ ਮੈਂ ਰਜਾਏ। ਨਹੀਂ ਤਾਂ ਬਾਦਸ਼ਾਹ ਦੇ ਦਰਵਾਜ਼ੇ ਤੇ ਹੀ ਬੈਠਾ ਰਹਾਂਗਾ ਔਰ ਜਿਵੇਂ ਕਿਵੇਂ ਕਰਕੇ ਬਾਦਸ਼ਾਹ ਨੂੰ ਆਪਣੇ ਤੇ ਪ੍ਰਸੰਨ ਕਰਾਂਗਾ। ਮਿਹਰਵਾਨ ਮਮ ਪੁੱਤਰ ਸੁਖ ਬਹੁ ਬਿਤ ਕੇ ਪਾਵੇ। ਮੇਰਾ ਪੁੱਤਰ ਮਿਹਰਬਾਨ ਬਹੁ ਪ੍ਰਕਾਰ ਦੇ ਸੁਖ ਪਾਵੇਗਾ। ਮੈਂ ਜਿੰਨੀਆਂ ਤਕਲੀਫਾਂ ਝੱਲੀਆਂ ਨੇ, ਮੈਂ ਨਹੀਂ ਚਾਹੁੰਦਾ ਮੇਰਾ ਪੁੱਤ ਵੀ ਉਹਨਾਂ ਤਕਲੀਫਾਂ ਵਿੱਚੋਂ ਗੁਜ਼ਰੇ।
ਮੇਰੇ ਪੁੱਤ ਨੂੰ ਸਾਰੇ ਸੁੱਖ ਪ੍ਰਾਪਤ ਹੋਣ, ਮੈਂ ਇਸੇ ਕਰਕੇ ਸਾਰਾ ਕੁਝ ਕਰਦਾ। ਮੋਹੇ ਆਰ ਬਲ ਬਿਤ ਗਏ ਦਿਨ ਅਲਪ ਰਹਾਵੇ। ਮੇਰੀ ਉਮਰ ਤਾਂ ਹੁਣ ਲੰਘੀ ਪਈ ਆ ਕਰਮੋਂ, ਮੈਂ ਹੋਰ ਕਿੰਨਾ ਕੁ ਜਿਉਣਾ ਹੈ। ਮੈਂ ਤਾਂ ਆਪਣੀ ਜ਼ਿੰਦਗੀ ਸਮਾਪਤ ਕਰੀ ਬੈਠਾ। ਹੁਣ ਆ ਜੋ ਕੁਝ ਪਿਆ ਕਰਦਾ ਮੈਂ ਆਪਣੇ ਪੁੱਤਰ ਮਿਹਰਬਾਨ ਵਾਸਤੇ ਪਿਆ ਕਰਦਾ। ਅੰਕਲਿਆ ਮਿਲ ਪ੍ਰੇਮ ਕਰ ਸੂੰਗਤ ਮੁਖ ਭਾਲਾ। ਇਹ ਕਹਿ ਕੇ ਬਾਬੇ ਪ੍ਰਿਥੀ ਚੰਦ ਨੇ ਆਪਣੇ ਪੁੱਤਰ ਮਿਹਰਬਾਨ ਨੂੰ ਆਪਣੀ ਗੋਦ 'ਚ ਲਿਆ, ਉਹਨੂੰ ਦੁਲਾਰ ਕੀਤਾ, ਉਹਦਾ ਮੱਥਾ ਚੁੰਮਿਆ। ਸਰਬ ਰੀਤ ਸਮਝਾਏ ਕੈ ਚਾਹਤ ਚਿਤ ਚਾਲਾ। ਔਰ ਸਰਬ ਰੀਤੀ ਨਾਲ ਮਿਹਰਬਾਨ ਨੂੰ ਸਾਰੀਆਂ ਗੱਲਾਂ ਸਮਝਾ ਕੇ ਹੁਣੇ ਸਮਝਾ ਕੇ ਚੱਲਣਾ ਚਾਹੁੰਦਾ। ਨਿਕਸਤ ਸਨਮੁਖ ਛੀਕ ਭੇ ਹਰ ਕੋ ਬਾ ਮੰਗਾ। ਹੁਣ ਜਦੋਂ ਪ੍ਰਿਥੀ ਚੰਦ ਨਿਕਲਿਆ ਨਾ ਤੇ ਨਾਲ ਹੀ ਸਾਹਮਣੇ ਕਿਸੇ ਨੇ ਨਿਛ ਮਾਰ ਦਿੱਤੀ। ਨਿਕਲਿਆ ਹੀ ਸੀ ਹਾਲੇ, ਸਾਹਮਣੇ ਕਿਸੇ ਨੇ ਨਿਛ ਮਾਰ ਦਿੱਤੀ। ਹਾਲੇ ਨਿਛ ਮਾਰ ਕੇ ਹਟਿਆ ਹੀ ਸੀ ਕੋਈ, ਤੇ ਉਧਰੋਂ ਕਰਮੋਂ ਦਾ ਖੱਬਾ ਪਾਸਾ ਤੇ ਇਹਦਾ ਖੱਬਾ ਪਾਸਾ ਪ੍ਰਿਥੀ ਚੰਦ ਦਾ ਉਹ ਫਰਕਣ ਲੱਗ ਪਿਆ। ਸਮੰਦਾ ਕੋ ਸਿਰ ਭਾਰ ਧਰ ਨਰ ਮਿਲਿਓ ਕੁਟੰਗਾ। ਇਹਨੇ ਨੂੰ ਇੱਕ ਹੋਰ ਬੰਦਾ ਅੱਗੇ ਟੱਕਰ ਪਿਆ, ਉਹ ਵੀ ਬਦ ਸ਼ਗਨ ਦਿਸ ਪਿਆ। ਕੀ ਲੱਕੜਾਂ ਦਾ ਭਾਰ ਚੁੱਕਿਆ ਹੋਇਆ ਸਿਰ ਤੇ, ਅੱਗੋਂ ਉਹ ਬੰਦਾ ਟੱਕਰ ਪਿਆ। ਇਹ ਬਦ ਸ਼ਗਨ ਇਹਨਾਂ ਲੋਕਾਂ ਵਾਸਤੇ ਹੀ ਹੁੰਦੇ ਆ ਜਿਹੜੇ ਇਹੋ ਜਿਹੇ ਹੁੰਦੇ ਪ੍ਰਿਥੀਏ ਵਰਗੇ, ਗੁਰਸਿੱਖਾਂ ਵਾਸਤੇ ਨਹੀਂ ਹੁੰਦੇ। ਗੁਰਸਿੱਖ ਵਾਸਤੇ ਤਾਂ ਭਾਈ ਸਗਨ ਅਪਸਗਨ ਦੀ ਬਿਰਤੀ ਨਹੀਂ ਹੈ। ਪਰ ਆ ਜਿਹੜੇ ਇਦਾਂ ਦੇ ਲੋਕ ਹੁੰਦੇ ਆ ਕਰਮੋਂ ਵਰਗੇ ਤੇ ਪ੍ਰਿਥੀ ਚੰਦ ਦੀ ਬਿਰਤੀ ਵਰਗੇ, ਉਹਨਾਂ ਵਾਸਤੇ ਹੁੰਦੇ ਇਦਾਂ ਦੇ ਸਗਨ ਅਪਸਗਨ। ਇਹਦੇ ਨੂੰ ਨਿਛ ਮਾਰ ਕੇ ਕੋਈ ਹਟਿਆ ਤੇ ਇਹਦਾ ਖੱਬਾ ਅੰਗ ਫਰਕਣ ਲੱਗ ਪਿਆ। ਨਾਲ ਹੀ ਸਾਹਮਣਿਓ ਲੱਕੜਾਂ ਦਾ ਢੇਰ ਸਿਰ ਤੇ ਚੁੱਕੀ ਕੋਈ ਬੰਦਾ ਆ ਮਿਲਿਆ। ਸੰਸੈ ਕਰਮੋ ਬਹੁ ਕਰ ਹੈ ਨਹ ਸਕੈ ਹਟਾਏ। ਕਰਮੋਂ ਵੇਖ ਰਹੀ ਹੈ ਤੇ ਵੇਖ ਕੇ ਕਰਮੋਂ ਦੇ ਮਨ 'ਚ ਸੰਸਾ ਤਾਂ ਬੜਾ ਆਇਆ। ਅੱਗੇ ਵੀ ਜਾਂਦਾ ਸੀ ਪ੍ਰਿਥੀਆ ਕਈ ਵਾਰ, ਪਰ ਅੱਗੇ ਨਹੀਂ ਸੀ ਕਦੇ ਕਰਮੋਂ ਦਾ ਮਨ ਡਰਿਆ। ਅੱਜ ਉਹਦਾ ਮਨ ਡਰ ਰਿਹਾ, ਪਰ ਉਹਨੇ ਰੋਕਿਆ ਨਹੀਂ। ਉਹਨੇ ਆਖਿਆ ਵੀ ਰੋਕਣਾ ਵੀ ਅਸ਼ੁਭ ਹੁੰਦਾ ਹੈ, ਵੀ ਅੱਗੇ ਇੰਨਾ ਕੁਝ ਅਸ਼ੁਭ ਹੋ ਰਿਹਾ ਤੇ ਮੈਂ ਰੋਕਦਿਆਂ ਆਵਾਜ਼ ਮਾਰ ਕੇ, ਇਹ ਵੀ ਗੱਲ ਚੰਗੀ ਨਹੀਂ। ਕਰਮੋਂ ਨੇ ਰੋਕਿਆ ਨਹੀਂ, ਪਰ ਇਹਦੇ ਮਨ 'ਚ ਸੰਸਾ ਜ਼ਰੂਰ ਪੈ ਗਿਆ। ਔਰਤ ਬਿਲੋਚਨ ਦਾ ਹੈ ਨੋ ਲੱਖ ਔਰ ਦੁਖ ਦਾਏ। ਸੋਚ ਹੀ ਰਹੀ ਸੀ ਕਿ ਕਰਮੋਂ ਦੀ ਸੱਜੀ ਅੱਖ ਫਰਕਣ ਲੱਗ ਪਈ। ਇਹਦੇ ਸੱਜੀ ਅੱਖ ਫਰਕਣ ਲੱਗ ਪਈ। ਹੁਣ ਸੱਜੀ ਅੱਖ ਇਸਤਰੀ ਦੀ ਫਰਕੇ ਤੇ ਮਾੜੀ ਸਮਝੀ ਜਾਂਦੀ ਹੈ। ਇਹਨਾਂ ਲੋਕਾਂ ਦੀ ਦ੍ਰਿਸ਼ਟੀ ਦੇ ਵਿੱਚ ਇਹ ਮੰਨਦੇ ਨੇ। ਕਹਿੰਦੇ ਸੱਜੀ ਅੱਖ ਕਰਮੋਂ ਦੀ ਫਰਕਣ ਲੱਗ ਪਈ। ਹੈ ਪ੍ਰਿਥਿਆ ਕੁਛ ਮਨ ਗਿਨ ਮਮ ਪੱਖੇ ਚੰਦੂ। ਉਧਰ ਪ੍ਰਿਥੀ ਚੰਦ ਨੂੰ ਦਿਸ ਤਾਂ ਗਏ ਸਾਰੇ ਮਾੜੇ ਸ਼ਗਨ, ਪਰ ਕਹਿੰਦਾ ਆ ਕੀ ਵਿਗਾੜਨਗੇ ਮੇਰਾ ਪੱਖੀ ਤਾਂ ਦੀਵਾਨ ਚੰਦੂ ਹੈ। ਚੰਦੂ ਮੇਰਾ ਪੱਖੀ ਹੈ, ਮੇਰਾ ਇਹ ਬਦ ਸ਼ਗਨ ਕੀ ਵਿਗਾੜਨਗੇ ਜੇ ਹੋ ਵੀ ਰਹੇ ਨੇ। ਚੰਦੂ ਨਾ ਹੋ ਗਿਆ ਰੱਬ ਹੋ ਗਿਆ ਜਿਹਦੇ ਤੇ ਨੇ ਭਰੋਸਾ ਕੀਤਾ ਹੋਇਆ। ਮਾਂ ਨੀਚ ਆਦਮੀ ਚੰਦੂ ਕਹਿੰਦਾ ਮੇਰਾ ਜੇ ਉਹ ਪੱਖੀ ਹੈ ਤੇ ਮੈਨੂੰ ਇਹਨਾਂ ਮਾੜੇ ਸ਼ਗਨਾਂ ਦੀ ਕੀ ਵਿਚਾਰ ਹੈ। ਲਵਪੁਰ ਚੱਲ ਕਰ ਹੋਏ ਯਤਨ ਕਰ ਅਨਜ ਨਿਕੰਦੂ। ਕਹਿੰਦਾ ਬਸ ਹੁਣ ਤਾਂ ਲਾਹੌਰ ਜਾਣ ਦੀ ਦੇਰੀ ਹੈ, ਉੱਥੇ ਜਾ ਕੇ ਮੈਂ ਪੂਰੇ ਯਤਨ ਕਰਾਂਗਾ ਔਰ ਯਤਨ ਕਰਕੇ ਆਪਣੇ ਅਨੁਜ ਕਹਿੰਦੇ ਨੇ ਛੋਟੇ ਭਰਾ ਨੂੰ, ਆਪਣੇ ਛੋਟੇ ਭਰਾ ਨੂੰ ਮਾਰ ਮੁਕਾਵਾਂਗਾ। ਦਾਸ ਸਿੱਖ ਗਨ ਸੰਗ ਲੈ ਪਸਚਮ ਮੁਖ ਕੀਨਾ। ਉੱਥੇ ਪਿੰਡ ਤੋਂ ਆਪਣੇ ਨਾਲ 5-7 ਨੌਕਰ ਚਾਕਰ ਲੈ ਕੇ, ਕੋਈ 5-7 ਦੇ ਸਿੱਖ ਸੇਵਕ ਵੀ ਸੀ ਪ੍ਰਿਥੀ ਚੰਦ ਦੇ। ਪਖੰਡੀਆਂ ਦੇ ਚੇਲੇ ਚਪਟੇ ਹੁੰਦੇ ਹੀ ਆ, ਸਿੱਖ ਵੀ ਬਣ ਜਾਂਦੇ ਇਹੋ ਜਿਹੇ ਪਖੰਡੀਆਂ ਦੇ। ਉਹਨਾਂ ਨੂੰ ਨਾਲ ਲੈ ਕੇ ਨੇ ਪੱਛਮ ਦਿਸ਼ਾ ਨੂੰ ਯਾਨੀ ਕਿ ਲਾਹੌਰ ਨੂੰ ਮੂੰਹ ਕੀਤਾ ਤੇ ਟੁਰ ਪਿਆ। ਗਮਨ ਮਾਰਗ ਛਿਪਰ ਕਰ ਤ੍ਰਿਸ਼ਨਾ ਕੇ ਅਧੀਨਾ। ਮਾਨੇ ਦਾ ਤ੍ਰਿਸ਼ਨਾ ਦੇ ਵਸ ਹੋਇਆ, ਬੜੀ ਕਾਹਲੀ ਨਾਲ ਛੇਤੀ ਨਾਲ ਪੈਰ ਪੁੱਟ ਕੇ ਚੱਲਦਾ ਹੈ, ਮਾਨੋ ਜਿਵੇਂ ਇਹਦੇ ਵਾਸਤੇ ਬਾਦਸ਼ਾਹ ਨੇ ਗੱਦੀ ਪਰੋਸ ਕੇ ਰੱਖੀ ਹੋਵੇ, ਇਹਨੂੰ ਜਾਂਦੇ ਨੂੰ ਮਿਲ ਜਾਣੀ ਹੈ।
ਇੰਨੀ ਖੁਸ਼ੀ ਦੇ ਨਾਲ ਪ੍ਰਿਥੀਆਚਾਰ ਹੈ। ਇਸ ਬਿਸਰਾਮ ਹੈ ਦਿਨ ਚੱਲ ਹੈ ਦਿਨ ਥੋਰਨ ਮਾਹੋ। ਰਾਤ ਜਿੱਥੇ ਪੈਂਦੀ ਆ ਉੱਥੇ ਆਰਾਮ ਕਰਦਾ ਹੈ, ਸਾਰਾ ਦਿਨ ਚੱਲਦਾ ਹੈ, ਥੋੜੇ ਦਿਨਾਂ ਦੇ ਵਿੱਚ ਹੀ ਚਲਦਿਆਂ ਪਹੁੰਚਿਓ ਤਰਨ ਤਾਰਨ ਨਿਕਟ ਬੋਲੇ ਨਰ ਪਾਹੋ। ਇਹ ਚੱਲ ਕੇ ਸ੍ਰੀ ਤਰਨ ਤਾਰਨ ਸਾਹਿਬ ਦੇ ਲਾਗੇ ਪਹੁੰਚ ਗਿਆ। ਤਰਨ ਤਾਰਨ ਸਰੋਵਰ ਜਿੱਥੇ ਪੰਜਵੇਂ ਪਾਤਸ਼ਾਹ ਨੇ ਨਗਰ ਵਸਾਇਆ ਸੀ, ਇਹ ਜਗ੍ਹਾ ਖਰੀਦੀ ਸੀ 1,57,000 ਰੁਪਏ ਚ, ਤੇ ਮਹਾਰਾਜ ਜੀ ਨੇ ਉਹ ਸਰੋਵਰ ਬਣਵਾਇਆ ਸੀ। ਇਹ ਉੱਥੇ ਪਹੁੰਚਿਆ ਪ੍ਰਿਥੀ ਚੰਦ ਆਪਣੇ ਚੇਲਿਆਂ ਸਮੇਤ, ਆਪਣੇ ਸੇਵਕਾਂ ਸਮੇਤ। ਜਦੋਂ ਤਰਨ ਤਾਰਨ ਸਾਹਿਬ ਪਹੁੰਚਿਆ, ਗੁਰੂ ਰਚਿਓ ਤੀਰਥ ਮਹਾ ਮੱਜਨ ਕਰ ਲੀਜੈ। ਜਿਹੜੇ ਇਹਦੇ ਚੇਲੇ ਸੀ ਨਾ, ਕੁਝ 5-4 ਸਿੱਖ, ਉਹ ਬੋਲੇ, ਕਹਿਣ ਲੱਗੇ, ਬਾਬਾ ਜੀ ਇਹ ਤੀਰਥ ਗੁਰੂ ਸਾਹਿਬ ਨੇ ਰਚਿਆ, ਗੁਰੂ ਅਰਜਨ ਦੇਵ ਸਾਹਿਬ ਨੇ, ਵੀ ਚਲੋ ਆਪਾਂ ਆਏ ਤੇ ਹਾਂ ਹੀ ਆ, ਇੱਥੇ ਇਸ਼ਨਾਨ ਹੀ ਕਰ ਚੱਲੀਏ। ਤਰਨ ਤਾਰਨ ਸਰੋਵਰ ਹੈ। ਕਿਉਂਕਿ ਇਦਾਂ ਦੇ ਲੋਕ ਜਿਹੜੇ ਹੁੰਦੇ ਆ, ਉਹਨਾਂ ਦੇ ਨਿਸ਼ਚੇ ਕੋਈ ਬਹੁਤੇ ਪੱਕੇ ਨਹੀਂ ਹੁੰਦੇ। ਉਹ ਕਹਿੰਦੇ ਜੀ ਤਰਨ ਤਾਰਨ ਸਰੋਵਰ ਗੁਰੂ ਸਾਹਿਬ ਨੇ ਰਚਿਆ, ਤੇ ਬਾਬਾ ਜੀ ਇਸ਼ਨਾਨ ਹੀ ਕਰ ਚੱਲੀਏ, ਇੱਥੇ ਕਿਹੜਾ ਰੋਜ਼-ਰੋਜ਼ ਆਉਣਾ ਹੁੰਦਾ, ਤੇ ਅੱਜ ਆਏ ਤਾਂ ਹਾਂ ਹੀ ਆ, ਤੇ ਇਸ਼ਨਾਨ ਕਰ ਚੱਲੀਏ। ਚੱਲ ਡੇਰਾ ਆਗੇ ਕਰੈ ਨਿਸ ਪਰੀ ਲਖੀ ਜੈ। ਇਸ਼ਨਾਨ ਇੱਥੇ ਕਰ ਲੈਨੇ ਆ, ਡੇਰਾ ਅੱਗੇ ਜਾ ਕੇ ਕਰ ਲਵਾਂਗੇ, ਕਿਉਂਕਿ ਹਾਲੇ ਦਿਨ ਕਾਫੀ ਬਚਦਾ, ਤੇ ਰਾਤ ਨੂੰ ਜਿੱਥੇ ਅੱਗੇ ਪਹੁੰਚਾਂਗੇ ਉੱਥੇ ਡੇਰਾ ਕਰ ਲਵਾਂਗੇ। ਹੁਣ ਇੱਥੇ ਇਸ਼ਨਾਨ ਕਰਕੇ ਟੁਰੀਏ। ਚੱਲੇ ਕੋਸ ਬਹੁ ਸ਼ਰਮਤ ਹੈ ਕਰ ਲੈ ਬਿਸਰਾਮ। ਪਿੱਛੋਂ ਲੰਮਾ ਪੈਂਡਾ ਤੈਅ ਕਰਕੇ ਆਏ ਆ, ਤੇ ਨਾਲੇ ਇੱਥੇ ਵਿਸ਼ਰਾਮ ਵੀ ਕਰ ਲਵਾਂਗੇ ਤਰਨ ਤਾਰਨ, ਨਾਲੇ ਇਸ਼ਨਾਨ ਵੀ ਕਰ ਲਵਾਂਗੇ। ਸੋਨ ਪ੍ਰਿਥੀ ਆਰਿਸ ਕਰ ਕਹੈ ਜਿਸ ਕੋ ਮਨ ਬਾਮੂ। ਹੁਣ ਗੁਰੂ ਸਾਹਿਬ ਦਾ ਨਾਂ ਸੁਣ ਕੇ ਪ੍ਰਿਥੀਆ ਸੜ ਗਿਆ, ਇੱਕਦਮ ਸੜ ਬਲ ਗਿਆ। ਬੋਲਿਆ ਪ੍ਰਿਥੀ ਚੰਦ, ਜਿਹਦਾ ਮਨ ਹਰ ਵੇਲੇ ਟੇਢਾ ਹੀ ਰਹਿੰਦਾ, ਬਾਮੂ ਕਹਿੰਦੇ ਨੇ ਟੇਢੇ ਨੂੰ। ਪ੍ਰਿਥੀਏ ਦਾ ਮਨ ਕਦੇ ਸਿੱਧਾ ਨਹੀਂ ਹੋਇਆ, ਕਦੇ ਸਰਲ ਨਹੀਂ ਹੋਇਆ, ਇਹਦਾ ਮਨ ਹਰ ਵੇਲੇ ਹੀ ਟੇਢਾ ਰਹਿੰਦਾ ਹੈ। ਇਹ ਛਪੜੀ ਤੀਰਥ ਨਹੀਂ ਫਲ ਕਹਾਂ ਨਹਾਏ। ਕਹਿੰਦਾ ਚਲੋ ਚਲੋ, ਇਹ ਤਾਂ ਛਪੜੀ ਹੈ, ਤੀਰਥ ਥੋੜੀ ਹੈ। ਪ੍ਰਿਥੀ ਚੰਦ ਇਹ ਬੋਲਿਆ। ਜਦੋਂ ਉਹਨਾਂ ਨੇ ਕਿਹਾ ਨਾ ਗੁਰੂ ਅਰਜਨ ਦੇਵ ਸਾਹਿਬ ਨੇ ਤੀਰਥ ਲਵਾਇਆ, ਇਸ਼ਨਾਨ ਹੀ ਕਰਦੇ ਜਾਈਏ, ਉਹ ਕਹਿੰਦਾ ਨਾ ਨਾ, ਇਹ ਤਾਂ ਛਪੜੀ ਹੈ, ਇਹ ਕਾਮ, ਇਹ ਕਾਹਦਾ ਤੀਰਥ ਹੈ, ਇੱਥੇ ਨਹੀਂ ਨਹਾਉਣਾ, ਚੱਲੀਏ ਆਪਾਂ, ਇਹਦੇ ਨਹਾਉਣ ਦਾ ਕੋਈ ਫਲ ਨਹੀਂ। ਨਹੀਂ ਗੁਰੂ ਕੋ ਰਚਿਤ ਥਲ ਕਛ ਪੂਰ ਨ ਪਾਏ। ਇਹ ਕੋਈ ਗੁਰੂ ਦਾ ਰਚਿਆ ਹੋਇਆ ਥਾਂ ਥੋੜੀ ਹੈ, ਇਹ ਕੋਈ ਗੁਰੂ ਦਾ ਰਚਿਆ ਹੋਇਆ ਜਗ੍ਹਾ ਨਹੀਂ ਹੈ। ਗੁਰੂ ਤਾਂ ਗੁਰੂ ਰਾਮਦਾਸ ਜੀ ਸਨ, ਉਹਨਾਂ ਦਾ ਰਚਿਆ ਹੋਇਆ ਇਹ ਥਾਂ ਨਹੀਂ, ਇੱਥੇ ਕੋਈ ਪੂਰੀ ਨਹੀਂ ਪਾ ਸਕਦਾ। ਤੁਰਕਨ ਛੇਨ ਪਚਾਵ ਅਨ ਰਚਵੇ ਨਹਿ ਦੀਨ। ਇਹ ਕਾਹਦਾ ਤੀਰਥ ਰਚਿਆ ਗਿਆ, ਤੁਰਕਾਂ ਨੇ ਰਚਣ ਹੀ ਨਹੀਂ ਦਿੱਤਾ। ਸਰੋਵਰ ਬਣਾਉਂਦਿਆਂ ਦੇ ਪਚਾਵੇ ਚੁੱਕ ਕੇ ਲੈ ਗਏ, ਤੁਰਕ ਇੱਟਾਂ ਚੁੱਕ ਕੇ ਲੈ ਗਏ, ਇਹ ਤਾਂ ਵਿੱਚੇ ਰਹਿ ਗਏ, ਤਾਂ ਬਣਾਣ ਹੀ ਨਹੀਂ ਦਿੱਤਾ ਉਹਨਾਂ ਨੂੰ। ਚੱਲੋ ਅਗਾਰੀ ਦੇਖੀਏ ਹੈ ਤੀਰਥ ਹਮ ਕੀਨੋ। ਕਹਿੰਦਾ ਚਲੋ ਮੈਂ ਤੁਹਾਨੂੰ ਤੀਰਥ ਵਿਖਾਉਣਾ, ਜਿਹੜਾ ਅਸਲ ਤੀਰਥ ਇਸ ਪੂਰੀ ਧਰਤੀ ਦੇ ਉੱਤੇ ਕੋਈ ਤੀਰਥ ਹੈ ਤਾਂ ਉਹ ਤੀਰਥ ਮੈਂ ਤੁਹਾਨੂੰ ਵਿਖਾਉਣਾ ਚੱਲ ਕੇ। ਉਹ ਤੀਰਥ ਹੈ ਜਿਹੜਾ ਮੈਂ ਬਣਾਇਆ। ਪ੍ਰਿਥੀ ਨੇ ਬਣਾਇਆ ਸੀ ਨਾ ਹੇਹਰ ਪਿੰਡ ਦੇ ਵਿੱਚ, ਲਾਹੌਰ ਦੇ ਲਾਗੇ ਪਿੰਡ ਹੈ ਹੇਹਰ, ਹੇਹਰਾ ਵੀ ਕਹਿੰਦੇ ਇਹਨੂੰ। ਉੱਥੇ ਨੇ ਇੱਕ ਬਣਾਇਆ ਸੀ ਸਰੋਵਰ ਛੱਪੜ ਜਿਹਾ, ਉਹਦੇ ਵਿੱਚ ਇਹਨੇ ਦਰਬਾਰ ਸਾਹਿਬ ਵੀ ਬਣਾਇਆ, ਹਰਮੰਦਰ ਸਾਹਿਬ ਦੀ ਰੀਸ ਕਰਕੇ। ਕਹਿੰਦਾ ਤੀਰਥ ਤਾਂ ਉਹ ਹੈ, ਚਲੋ ਚਲੋ ਮੈਂ ਤੁਹਾਨੂੰ ਚੱਲ ਕੇ ਵਿਖਾਉਣਾ। ਉਹ ਹੈ ਤੀਰਥ, ਜੇ ਨਹਾਉਣਾ ਤੇ ਉੱਥੇ ਚੱਲ ਕੇ ਨਹਾਇਆ ਜੇ, ਜਿੱਥੇ ਨਹਾ ਕੇ ਤੁਹਾਨੂੰ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲਣਾ। ਇੱਥੇ ਕੀ ਮਿਲਣਾ? ਏਦਾਂ ਪ੍ਰਿਥੀਆ ਦੇ ਵੇਖੋ ਕਿੰਨੀ ਈਰਖਾ ਤੇ ਦੁਆਇਸ਼ ਹੋਵੇਗੀ ਇਹਦੇ ਮਨ ਦੇ ਵਿੱਚ। ਕਹਿੰਦਾ ਉੱਥੇ ਚੱਲੋ ਜਿੱਥੇ ਕਬੂਤਰ ਬੋਲਦੇ ਸੀ, ਕੋਈ ਉੱਥੇ ਬੰਦਾ ਤੇ ਬੰਦੇ ਦੀ ਜਾਤ ਨਜ਼ਰ ਨਹੀਂ ਸੀ ਆਉਂਦੀ। ਇਹਦੇ ਬਣਾਏ ਤੀਰਥ ਹੇਹਰ ਪਿੰਡ ਦੇ ਵਿੱਚ। ਕਹਿੰਦਾ ਉੱਥੇ ਚੱਲਦੇ ਹਾਂ ਆਪਾਂ। ਕਹਾਂ ਕਰਹਿ ਬਿਸਰਾਮ ਕੋ ਸ਼ਰਮ ਸਭ ਨਿਰਵਾਰ। ਕਹਿੰਦਾ ਉੱਥੇ ਚੱਲ ਕੇ ਵਿਸ਼ਰਾਮ ਵੀ ਕਰਾਂਗੇ ਆਪਾਂ, ਆਰਾਮ ਵੀ ਕਰਾਂਗੇ, ਆਪਣੇ ਰਸਤੇ ਦੀ ਜਿਹੜੀ ਥਕਾਵਟ ਹੈ ਇਹ ਵੀ ਦੂਰ ਕਰਾਂਗੇ। ਭਲੇ ਅਸੂਤੇ ਹੋਏ
ਹੈ ਦਿਨ ਦੋ ਤ੍ਰੈ ਟਾਰੈ। ਕਹਿੰਦਾ ਉੱਥੇ ਨਾਲੇ ਆਪਾਂ ਇਹ ਨਹੀਂ ਵੀ ਸਿੱਧਾ ਆਪਾਂ ਉੱਥੇ ਚਲੇ ਜਾਵਾਂਗੇ, ਉਹ ਆਪਣਾ ਜਗ੍ਹਾ ਆਪਣਾ ਤੀਰਥ ਹੈ, ਉੱਥੇ ਆਪਾਂ 2-3 ਦਿਨ ਰਹਿ ਕੇ ਜਾਵਾਂਗੇ। ਜਿੰਨਾ ਨਹਾਉਣਾ ਉਸ ਤੀਰਥ 'ਚ ਨਹਾਇਆ ਜੇ, 2-3 ਦਿਨ ਆਪਾਂ ਰਹਾਂਗੇ, ਭਾਵੇਂ ਬੜੇ ਹੀ ਉਸ ਤੀਰਥ 'ਚ ਰਹੇ ਜੇ, ਨਿਕਲਿਓ ਜੇ ਨਾ ਹੀ ਭਾਵੇਂ। ਇੰਨਾ ਉੱਥੇ ਇਸ਼ਨਾਨ ਦਾ ਤੁਹਾਨੂੰ ਮਹਾਤਮ ਮਿਲੇਗਾ। ਉਹ ਮੈਂ ਰਚਿਆ, ਉਹ ਮੇਰਾ ਬਣਾਇਆ ਹੋਇਆ ਤੀਰਥ ਹੈ। ਕਹਿੰਦਾ ਉੱਥੇ ਚੱਲ ਕੇ ਆਪਾਂ 2-4 ਦਿਨ ਰਹਾਂਗੇ ਵੀ। ਏਨ ਹੇਰੇ ਗੁਰ ਥਾਨ ਕੋ ਚਲ ਜਾਤ ਅਗਾਰੇ। ਇਹ ਪਾਪੀ ਪ੍ਰਿਥੀ ਚੰਦ ਤਰਨ ਤਾਰਨ ਸਾਹਿਬ ਨਹੀਂ ਬੜਿਆ, ਮਹਾਰਾਜ ਜੀ ਦੇ ਅਸਥਾਨ ਨੂੰ ਬਿਨਾਂ ਵੇਖੇ ਬਿਨਾਂ ਦਰਸ਼ਨ ਕੀਤਿਆਂ ਬਾਹਰੋਂ ਬਾਹਰ ਹੀ ਚਲਾ ਗਿਆ। ਜਾਏ ਪਹੁੰਚੋ ਹੇਹਰੇ ਉਤਰਿਓ ਮੁਦ ਭਾਰੇ। ਇਹਦਾ ਜਿਹੜਾ ਪਿੰਡ ਸੀ ਹੇਹਰ, ਇਹ ਉੱਥੇ ਚੱਲ ਕੇ ਪਹੁੰਚ ਗਿਆ। ਉੱਥੇ ਬੜਾ ਖੁਸ਼ ਹੋਇਆ ਵੀ ਮੇਰਾ ਪਿੰਡ ਹੈ, ਇੱਥੇ ਮੈਂ ਤੀਰਥ ਬਣਾਇਆ ਹੋਇਆ ਹੈ। ਸਿੱਖਨ ਕੋ ਉਪਦੇਸ਼ ਤੋ ਇਹ ਤੀਰਥ ਆਛੋ। ਉੱਥੇ ਪਹੁੰਚਿਆ ਨਾ ਹੇਹਰ ਚ, ਕਹਿੰਦਾ ਆ ਹੈ ਤੀਰਥ, ਸਾਰੇ ਤੀਰਥਾਂ ਦਾ ਰਾਜਾ ਤੀਰਥ। ਜਿਵੇਂ ਇਲਾਹਾਬਾਦ ਸਾਰੇ ਵੱਡਿਆਂ ਤੀਰਥਾਂ ਦਾ ਪ੍ਰਾਗਰਾਜ ਤੀਰਥ ਕਹਾਉਂਦਾ, ਕਹਿੰਦਾ ਆਹ ਤੀਰਥ ਵੀ ਸਾਰੇ ਤੀਰਥਾਂ ਵਿੱਚੋਂ ਵੱਡਾ ਤੀਰਥ ਹੈ। ਮਜੋਹ ਸਰਦਾ ਧਾਰ ਕਰ ਪ੍ਰਾਪਤ ਜੋ ਬੰਛੋ। ਇੱਥੇ ਨਹਾਓ ਜਿਨ੍ਹਾਂ ਨੇ ਨਹਾਣਾ ਸ਼ਰਧਾ ਧਾਰ ਕੇ, ਤੇ ਜੋ ਤੁਸੀਂ ਚਾਹੋਗੇ ਨਾ ਉਹ ਤੁਹਾਨੂੰ ਮਿਲੇਗਾ। ਇੱਥੋਂ ਜੋ ਤੁਸੀਂ ਚਾਹੋਗੇ ਉਹ ਮਿਲੇਗਾ। ਕਿਸ ਰਾਮੋ ਹੋ ਸ਼ਰਮ ਪਰਹਰ ਹੋ ਪੁਨ ਲਭ ਪੁਰ ਚਾਲੈ। ਇੱਥੇ ਵਿਸ਼ਰਾਮ ਕਰੋ, ਆਪਣੇ ਰਸਤੇ ਦੀ ਰਾਹ ਪੈਂਡੇ ਦੀ ਥਕਾਵਟ ਵੀ ਦੂਰ ਕਰ ਲਓ। 1-2 ਦਿਨ ਹੁਣ ਆਪਾਂ ਇੱਥੇ ਹੀ ਰਹਿਣਾ, ਫਿਰ ਆਪਾਂ ਇੱਥੋਂ ਲਾਹੌਰ ਨੂੰ ਜਾਵਾਂਗੇ। ਖਾਨ ਪਾਨ ਕੀਨਸ ਪੁਨ ਹੈ ਕਰ ਸਵਾਦ ਬਸਾਲਾ। ਖਾਨ ਪਾਨ ਇਹਨਾਂ ਨੇ ਕੀਤਾ, ਲੰਗਰ ਪ੍ਰਸ਼ਾਦਾ ਛਕਿਆ, ਬੜੇ ਸਵਾਦੀ ਭੋਜਨ ਪਕਵਾਨ ਤਿਆਰ ਕੀਤੇ, ਉਹ ਛਕੇ। ਇਹ ਰਾਤ ਇੱਥੇ ਬਤੀਤ ਕਰਨ ਵਾਸਤੇ ਰੁਕੇ ਨੇ। ਪ੍ਰਿਥੀ ਚੰਦ ਦੇ ਨਾਲ ਜੋ ਇੱਥੇ ਹੇਹਰ ਪਿੰਡ ਦੇ ਵਿੱਚ ਬੀਤੀ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਘਰ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।